वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤਜਿਨ ਕਰੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਪੰਨਾ ਨੰਬਰ 68, ਭਾਗ 7ਵਾਂ, ਆਨੰਦਪੁਰੀ ਉਸਾਰੀ। 1665 ਦੀ ਵਿਸਾਖੀ ਦਾ ਮੇਲਾ ਧਮਧਾਨ ਹੀ ਕਰਕੇ ਗੁਰੂ ਤੇਗ ਬਹਾਦਰ ਜੀ ਖਰਕ, ਪੂਰਾ, ਖਟਕੜ, ਕਢਾਮ, ਲਖਨੌਰ ਆਦਿ ਪਿੰਡਾਂ ਵਿੱਚ ਹੁੰਦੇ ਅਤੇ ਸੰਗਤਾਂ ਕਾਇਮ ਕਰਦੇ, ਕੇਂਦਰ ਥਾਪਦੇ, ਸਿੱਖਾਂ ਨੂੰ ਪ੍ਰੇਰਨਾ ਕਰਦੇ, ਲੋਕ ਭਲਾਈ ਦੇ ਕਾਰਜ ਨਿਭਾਉਂਦੇ ਅਤੇ ਉਤਸ਼ਾਹ ਬਖਸ਼ਦੇ। ਅਪ੍ਰੈਲ ਦੇ ਦੂਜੇ ਹਫ਼ਤੇ ਕਿਰਤਪੁਰ ਪੁੱਜ ਗਏ। ਕਿਰਤਪੁਰ ਉਹਨਾਂ ਦੇ ਵੱਡੇ ਭਰਾ ਬਾਬਾ ਸੂਰਜ ਮੱਲ ਜੀ ਅਤੇ ਉਹਨਾਂ ਦੇ ਬੇਟਿਆਂ ਦੀਪ ਚੰਦ ਅਤੇ ਨੰਦ ਚੰਦ ਜੀ ਨੇ ਬਹੁਤ ਆਦਰ ਦਿੱਤਾ। ਦੂਰ ਦ੍ਰਿਸ਼ਟੀ ਵਾਲੇ ਗੁਰੂ ਤੇਗ ਬਹਾਦਰ ਜੀ ਦੇਖ ਰਹੇ ਸਨ ਕਿ ਕਿਰਤਪੁਰ ਟਿਕਾਣਾ ਨਵੇਂ ਬਦਲੇ ਹਾਲਾਤ ਵਿੱਚ ਲਾਹੇਵੰਦ ਸਾਬਿਤ ਨਹੀਂ ਹੋਵੇਗਾ। ਉਹ ਐਸਾ ਸਥਾਨ ਚਾਹੁੰਦੇ ਸਨ ਜੋ ਕੁਝ ਦੁਰੇਡੇ ਵੀ ਹੋਵੇ, ਨਵੇਕਲਾ ਵੀ ਹੋਵੇ, ਜਿੱਥੇ ਕਿਸੇ ਪ੍ਰਕਾਰ ਦੀ ਸ਼ਰੀਕੇ ਦੇ ਸਾੜੇ ਦੀ ਅੱਗ ਨਾ ਹੋਵੇ, ਕੋਈ ਦੇਖ ਨਾ ਜਲੇ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਸੁਖ ਸ਼ੋ ਬਾਸ ਕਰੇ ਹੈ ਨਿਜਪੁਰ ਮੈਂ, ਮਤਸਰ ਤੇ ਨਾ ਤਪੇ ਕੋ ਉਰਮੈ। ਪਹਾੜੀਆਂ ਨਾਲ ਘਿਰਿਆ ਵੀ ਹੋਵੇ, ਕੁਦਰਤੀ ਨਜ਼ਾਰਿਆਂ ਨਾਲ ਰਮਣੀਕ ਵੀ ਹੋਵੇ ਅਤੇ ਰਣਨੀਤੀ ਅਨੁਸਾਰ ਅਗੰਮ, ਅਡਿੱਗ ਅਤੇ ਅਜਿੱਤ ਵੀ ਹੋਵੇ। ਕਰਨੀ ਭਵਿੱਖਯਤ ਯਾਨੀ ਅਵਣੀ ਰਵਣੀ ਪਿੱਖਿਆ ਮਹਾਨੀ, ਤਿਸ ਥਲ ਮਹਿ ਕੀਨਸ ਗੁਰਡੇਰਾ। ਇਹ ਸੀ ਨਿਰਾਲੀ ਦੇਣ ਜੋ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਦੀ ਸ਼ਕਲ ਵਿੱਚ ਪੰਥ ਨੂੰ ਦਿੱਤੀ। ਇਰਦ ਗਿਰਦ ਪਹਾੜੀਆਂ ਤੇ ਆਪੂ ਜਾ ਕੇ ਗੁਰੂ ਜੀ ਐਸੇ ਟਿਕਾਣੇ ਦੀ ਭਾਲ ਵਿੱਚ ਲੱਗੇ ਹੋਏ ਸਨ ਕਿ ਖਬਰ ਪੁੱਜੀ ਕਿ 13 ਮਈ 1665 ਨੂੰ ਰਾਜਾ ਤਾਰਾ ਚੰਦ ਦਾ ਬੇਟਾ ਦੀਪ ਚੰਦ ਚੜ੍ਹਾਈ ਕਰ ਗਿਆ ਹੈ। ਇਹ ਯਾਦ ਰਹੇ ਕਿ ਰਾਜਾ ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਕਿਲੇ ਤੋਂ ਰਿਹਾ ਕਰਵਾਇਆ ਸੀ। ਉਸ ਦਾ ਸਾਰਾ ਹੀ ਖਾਨਦਾਨ ਗੁਰੂ ਘਰ ਦਾ ਰਿਣੀ ਸੀ। ਦੀਪ ਚੰਦ ਦੀ ਗੁਰੂ ਘਰ ਤੇ ਸ਼ਰਧਾ ਅਪਾਰ ਸੀ। ਰਾਣੀ ਨੇ ਉਚੇਚਾ ਸੁਨੇਹਾ ਭੇਜਿਆ ਕਿ ਉਸਦੇ ਪਤੀ ਦੀ ਅੰਤਿਮ ਕਿਰਿਆ ਦੀ ਰਸਮ ਤੇ ਜ਼ਰੂਰ ਗੁਰੂ ਜੀ ਪੁੱਜਣ। ਗੁਰੂ ਤੇਗ ਬਹਾਦਰ ਜੀ ਬਿਲਾਸਪੁਰ ਪੁੱਜੇ। ਭੋਗ ਦੀ ਰਸਮ ਤੋਂ ਬਾਅਦ 9ਵੇਂ ਪਾਤਸ਼ਾਹ ਨੇ ਕਹਿਲੂਰ ਦਾ ਇਲਾਕਾ ਖਰੀਦਣ ਦੀ ਗੱਲ ਕੀਤੀ ਤਾਂ ਰਾਣੀ ਖੀਵੀ ਹੋ ਗਈ। ਉਸ ਮਾਖੋਵਾਲ ਦਾ ਪਿੰਡ ਭੇਟ ਕਰਨਾ ਚਾਹਿਆ, ਪਰ ਮਹਾਰਾਜ ਨੇ ਨੀਤੀ ਤੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੇ ਥਾਂ ਲੈਣ ਤੋਂ ਇਨਕਾਰ ਕੀਤਾ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਜਰ ਖਰੀਦ ਕਰ ਪਟੇ ਲਿਖਾਏ, ਲੈ ਸਤਿਗੁਰ ਨਿਜ ਨਿਕਟ ਰਖਾਏ। ਕਿਉਂਕਿ ਉਹ ਜਾਣਦੇ ਸਨ ਕਿ ਪਿੱਛੋਂ ਬਖੇੜੇ ਉੱਠਦੇ ਹਨ। ਰਾਜਾ ਦੀਪ ਚੰਦ ਦੇ ਪੁੱਤਰ ਅਜਮੇਰ ਚੰਦ ਨੇ ਬਖੇੜੇ ਪਾਏ ਵੀ। ਗੁਰੂ ਤੇਗ ਬਹਾਦਰ ਜੀ ਨੇ 500 ਰੁਪਏ ਦੇ ਕੇ ਮਾਖੋਵਾਲ ਦਾ ਪੱਟਾ ਆਪਣੇ ਨਾਂ ਕਰਵਾ ਲਿਆ। ਗੁਰਬਿਲਾਸ ਪਾਤਸ਼ਾਹੀ 10ਵੀਂ ਨੇ ਵੀ ਗਵਾਹੀ ਭਰੀ ਹੈ। ਆਣ ਬਸਾਓ ਚੱਕ ਅਬ ਆਨੰਦਪੁਰ ਕੀ ਜਾਏ, ਜਰ ਖਰੀਦ ਜਗ੍ਹਾ ਲੈ ਜਾਣਾ, ਨਗਰ ਰਚਿਓ ਅੱਛਾ ਸੁਖਦਾਨਾ, ਮਾਤਾ ਜੀ ਕੇ ਇਸਮ ਨਿਧਾਨਾ। ਭਾਵ ਮਾਤਾ ਨਾਨਕੀ ਜੀ ਦੇ ਨਾਂ ਦਾ ਨਗਰ ਵਸਾਇਆ ਜੋ ਹੁਣ ਆਨੰਦਪੁਰ ਕਰਕੇ ਪ੍ਰਸਿੱਧ ਹੈ। ਭਾਈ ਦਰਗਾਹ ਦਾਸ ਜੀ ਨੂੰ ਖਰੀਦੇ ਇਲਾਕੇ ਵਿੱਚ ਭੇਜ ਕੇ ਉਸ ਥਾਂ ਦੀ ਚੋਣ ਕੀਤੀ ਜਿੱਥੇ ਚੱਕ ਦੀ ਉਸਾਰੀ ਕਰਨੀ ਸੀ। ਥਾਂ ਦੀ ਹਰ ਪੱਖੋਂ ਦੇਖ ਰੇਖ ਕਰਕੇ 18 ਜੂਨ 1665 ਮੁਤਾਬਕ 29 ਹਾੜ 1722 ਬਿਕਰਮੀ ਨੂੰ ਨੀਂਹ ਰੱਖਣ ਦਾ ਫੈਸਲਾ ਕੀਤਾ ਗਿਆ। ਨੀਂਹ ਬਾਬਾ ਬੁੱਢਾ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਕੋਲੋਂ ਰਖਵਾਈ ਅਤੇ ਸ਼ਹਿਰ ਦਾ ਨਾਂ ਮਾਤਾ ਨਾਨਕੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ ਗਿਆ। ਮੋੜੀ ਮਾਖੋਵਾਲ ਦੇ ਪੁਰਾਣੇ ਥੇ ਤੇ ਸਰੋਟੇ ਪਿੰਡ ਦੀ ਜ਼ਮੀਨ ਵਿੱਚ ਗੱਡੀ ਸੀ। ਪਿੱਛੋਂ ਇਹ ਹੀ ਆਨੰਦਪੁਰ ਸਾਹਿਬ ਬਣਿਆ। ਜਦ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਆਏ ਤਾਂ ਉਹਨਾਂ ਸ਼ਹਿਰ ਵਿੱਚ ਚਰਨ ਪਾਉਣ ਤੋਂ ਪਹਿਲਾਂ ਸੰਗਤਾਂ ਸਮੇਤ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੜ੍ਹੀਆਂ। ਬੇਟੇ ਗੁਰੂ ਦੀ ਸ਼ਰਧਾ ਅਤੇ ਪਿਆਰ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਅੱਜ ਤੋਂ ਇਸ ਨਗਰ ਦਾ ਨਾਂ ਹੀ ਆਨੰਦਪੁਰ ਹੋਇਆ। ਫਿਰ ਆਨੰਦਪੁਰ ਹੀ ਪੱਕ ਗਿਆ। ਇਸੇ ਸਥਾਨ ਨੂੰ ਪਹਿਲਾਂ ਮਾਖੋਵਾਲ ਕਹਿੰਦੇ ਸਨ। ਇਹ ਪ੍ਰਚਲਿਤ ਸੀ ਕਿ ਮਾਖੋ ਨਾਂ ਦਾ ਦੈਂਤ ਕਿਸੇ ਨੂੰ ਵਸਣ ਨਹੀਂ ਦਿੰਦਾ ਸੀ। ਹੁਣ ਜਦ ਗੁਰੂ ਜੀ ਦੇ ਚਰਨ ਪੈ ਗਏ ਤਾਂ ਉਹ ਹੀ ਮਾਖੋਵਾਲ ਧਰਮ ਦਾ ਗੜ੍ਹ ਆਨੰਦਪੁਰ ਹੋ ਗਿਆ। ਸਰਕਾਰੀ ਕਾਗਜ਼ਾਂ ਵਿੱਚ ਚੱਕ ਨਾਨਕੀ ਕਰਕੇ ਹੀ ਜਾਣਿਆ ਜਾਂਦਾ ਰਿਹਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗਜ਼ਟੀਅਰ ਦੇ ਪੰਨਾ 135 ਤੇ ਚੱਕ ਨਾਨਕੀ ਕਰਕੇ ਹੀ ਲਿਖਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਨਗਰ ਦੀ ਉਸਾਰੀ ਲਈ ਸੁਘੜ ਕਾਰੀਗਰ ਬੁਲਵਾਏ।
ਭਾਵੇਂ ਸੰਗਤਾਂ ਹੱਥੀਂ ਸੇਵਾ ਕਰਕੇ ਆਨੰਦ ਪ੍ਰਾਪਤ ਕਰਦੀਆਂ ਸਨ, ਪਰ ਨਾਲ ਹੀ ਮਜ਼ਦੂਰ ਵੀ ਲਗਾ ਦਿੱਤੇ ਗਏ ਤਾਂ ਕਿ ਛੇਤੀ ਹੀ ਨਗਰ ਉਸਰ ਜਾਏ। ਭਾਈ ਝੰਡਾ ਜੀ, ਜੋ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਸਨ, ਆਪੂ ਸਾਰੀ ਦੇਖਭਾਲ ਅਤੇ ਨਿਗਾਹਬਾਨੀ ਕਰ ਰਹੇ ਸਨ। ਗੁਰੂ ਪਾਤਸ਼ਾਹ ਨੇ ਇਸ ਨਗਰ ਦਾ ਨਕਸ਼ਾ ਆਪ ਉਲੀਕਿਆ ਸੀ ਅਤੇ ਇਹ ਵਿਚਾਰ ਕੇ ਕਿ ਇਹ ਥਾਂ ਅਜਿੱਤ ਹੋਵੇ, ਕੋਈ ਇਸ ਨੂੰ ਜਿੱਤ ਨਾ ਸਕੇ, ਪਹਾੜੀ ਵਿਸ਼ੇਸ਼ ਚੁਣੀ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਸਭ ਤਰਕੀਬ ਆਪ ਉਪਦੇਸ਼ੀ, ਸਦ ਆਦਿ ਕੀ ਨੀਵ ਵਿਸ਼ੇਸ਼ੀ, ਥਾਨ ਅਜੀਤ ਜਾਨ ਪੁਰਕੀਨਾ। ਸੰਗਤਾਂ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਦੇ ਵੀ ਟਿਕਾਣੇ ਲਈ ਵਿਉਂਤ ਬਣਾਈ ਜਾਏ। ਮਹਾਰਾਜ ਨੇ ਉਹਨਾਂ ਲਈ ਥਾਂ ਰਖਵਾ ਦਿੱਤਾ ਅਤੇ ਸੰਗਤਾਂ ਨੇ ਉਸਾਰੀ ਆਰੰਭ ਕਰ ਦਿੱਤੀ। ਕੁਝ ਵਪਾਰੀ ਵੀ ਆਏ ਅਤੇ ਅਰਜ਼ ਗੁਜ਼ਾਰੀ ਕਿ ਸਮੁੱਚੇ ਪਹਾੜੀ ਇਲਾਕੇ ਵਿੱਚ ਕੋਈ ਮੰਡੀ ਨਹੀਂ, ਮੰਡੀ ਬਾਜ਼ਾਰ ਲਈ ਉਚੇਚੀ ਥਾਂ ਵੀ ਰੱਖੀ ਜਾਏ। ਮਹਾਰਾਜ ਨੇ ਵਪਾਰ ਲਈ ਬਾਜ਼ਾਰ ਵੀ ਬਣਾ ਦਿੱਤੇ। ਜਦ ਦੁਆਬੇ, ਮਾਝੇ ਅਤੇ ਮਾਲਵੇ ਨੇ ਗੁਰੂ ਜੀ ਦਾ ਨਵਾਂ ਨਗਰ ਉਸਾਰਨਾ ਸੁਣਿਆ ਤਾਂ ਕਈ ਪਰਿਵਾਰ ਸਮੇਤ ਪੁੱਜ ਗਏ। ਕੁਝ ਮੁਖੀ ਸਿੱਖਾਂ ਨੂੰ ਆਪ ਜੀ ਗੁਰੂ ਜੀ ਨੇ ਮਕਾਨ ਬਣਾ ਕੇ ਦਿੱਤੇ, ਕੁਝ ਨੇ ਆਪ ਬਣਾਏ। ਵਪਾਰ ਕਰਨ ਲਈ ਵੀ ਗੁਰੂ ਜੀ ਨੇ ਆਪਣੇ ਕੋਲੋਂ ਕਈ ਵਪਾਰੀਆਂ ਨੂੰ ਰਾਸ ਪਾ ਕੇ ਦਿੱਤੀ। ਆਰਜੀ ਟਿਕਾਣੇ ਲਈ ਵੱਡਾ ਸਥਾਨ ਛੇਤੀ ਹੀ ਬਣਵਾ ਦਿੱਤਾ ਤਾਂ ਕਿ ਸੰਗਤਾਂ ਆ ਕੇ ਟਿਕ ਸਕਣ। ਉਚੇਚ ਕਰਕੇ ਗੁਰੂ ਜੀ ਨੇ ਚਿੱਤਰਕਾਰ ਵੀ ਬੁਲਵਾਏ ਤਾਂ ਕਿ ਦਿਲ ਖਿੱਚਵੇਂ ਘਰ, ਬਾਜ਼ਾਰ ਅਤੇ ਇਮਾਰਤਾਂ ਬਣਨ। 4 ਚੌਂਕ, ਪੱਕੀਆਂ ਸੜਕਾਂ ਅਤੇ ਪੱਕੀਆਂ ਹੀ ਗਲੀਆਂ ਬਣਵਾਈਆਂ। ਸੱਚਮੁੱਚ ਇੱਕ ਅਨੁਪਮ ਸ਼ਹਿਰ ਤਿਆਰ ਹੋ ਰਿਹਾ ਸੀ, ਜਿਸ ਖਾਲਸੇ ਦੀ ਵਾਸੀ ਬਣਨਾ ਸੀ। ਅਨੰਦਪੁਰ ਦੀ ਰੌਣਕ, ਲੋਕਾਂ ਦੀ ਆਵਾਜਾਈ, ਵੱਡੇ ਉਸਰਦੇ ਘਰ, ਪੱਕੇ ਮਕਾਨ ਅਤੇ ਮਕਾਨਾਂ ਤੇ ਚਿੱਤਰਕਾਰੀ ਹੁੰਦੀ ਦੇਖ ਇੱਕ ਪੀਰ, ਜਿਸ ਦਾ ਨਾਂ ਸਈਦ ਮੂਸਾ ਰੋਪੜੀ ਕਰਕੇ ਲਿਖਿਆ ਹੈ, ਇੱਕ ਕਾਰੀਗਰ ਕੋਲੋਂ ਪੁੱਛ ਬੈਠਾ ਕਿ ਇਹ ਸਭ ਉਸਾਰੀ ਕੌਣ ਕਰਵਾ ਰਿਹਾ ਹੈ। ਜਦ ਉਸ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇ ਜਾਨਸ਼ੀਨ ਗੁਰੂ ਤੇਗ ਬਹਾਦਰ ਜੀ ਹਨ, ਜੋ ਇੱਕ ਅਤਿ ਵਿਰਾਗਮਈ ਸ਼ਖਸੀਅਤ ਹਨ, ਜਿਨ੍ਹਾਂ ਦਾ ਦੁਨੀਆ ਨਾਲ ਲਗਾਓ ਨਹੀਂ, ਸਦਾ ਬਿਰਤੀ ਵਾਹਿਗੁਰੂ ਵਿੱਚ ਜੋੜੀ ਰੱਖਦੇ ਹਨ ਅਤੇ ਧਰਮ ਦਾ ਆਸਰਾ ਹਨ। ਧਰਮ ਧਰ ਸਦਾ ਰਹੇ ਬਿਤ ਜੋਗ। ਇਹ ਸੁਣ ਕੇ ਉਸ ਕਹਿ ਦਿੱਤਾ ਕਿ ਉਹ ਵਿਰਾਗੀ ਨਹੀਂ ਹੋ ਸਕਦੇ। ਵਿਰਾਗਵਾਨ ਤਾਂ ਲਮੇਰੇ ਝੇੜੇ ਨਹੀਂ ਪਾਉਂਦੇ। ਕਾਰੀਗਰ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਆਖ ਸੁਣਾਈ। 9ਵੇਂ ਪਾਤਸ਼ਾਹ ਨੇ ਫਰਮਾਇਆ ਕਿ ਪ੍ਰਸ਼ਨ ਉੱਤਰ ਸਾਹਮਣੇ ਹੋਣੇ ਚਾਹੀਦੇ ਹਨ। ਪੀਰ ਨੂੰ ਕਹਿਣਾ ਕਿ ਮਿਲੇ। ਮੂਸਾ ਰੋਪੜੀ ਦਰਸ਼ਨਾਂ ਨੂੰ ਆਇਆ ਅਤੇ ਉਸ ਆਉਂਦਿਆਂ ਕਿਹਾ, ਇਸ ਪਰਵਰਤੀ ਮਹਿਰਿਦਾ ਤੁਮਾਰੋ, ਗਣ ਸੇਵਕ ਕਿਮ ਪਾਰ ਉਤਾਰੋ। ਵੱਡੇ ਵੱਡੇ ਮੰਦਰ ਬਣਾਉਣੇ ਮਮਤਾ ਨੂੰ ਵਧਾਉਣਾ ਹੈ। ਮਹਾਰਾਜ ਨੇ ਕਿਹਾ ਕਿ ਗ੍ਰਹਿਸਥ ਆਸ਼ਰਮ ਸਭ ਤੋਂ ਉੱਚਾ ਹੈ। ਜੋ ਗ੍ਰਹਿਸਥ ਵਿੱਚ ਪੂਰਾ ਉਤਰੇਗਾ, ਉਸੇ ਨੂੰ ਹੀ ਅੰਤ ਵਿੱਚ ਸੁੰਦਰ ਪਰਮ ਪਦ ਪ੍ਰਾਪਤ ਹੋਵੇਗਾ। ਸਭ ਆਸ਼ਰਮ ਤੇ ਗ੍ਰਹਿਸਥ ਉਦਾਰਾ, ਜੋ ਗ੍ਰਹਿਸਥ ਤੇ ਉਤਰੇ ਪੂਰਾ, ਅੰਤਕਾਲ ਪ੍ਰਾਪਤ ਪਦ ਰੂਰਾ। ਜੋ ਸਰੀਰ ਰਾਹੀਂ ਮਨੁੱਖਤਾ ਦੀ ਸੇਵਾ ਕਰਦਾ ਹੈ, ਉਸ ਦੇ ਬਣਵਾਏ ਘਰ ਮੰਦਰ ਪ੍ਰਵਾਨ ਹਨ। ਫਕੀਰ ਨੂੰ ਰਾਤ ਅਨੰਦਪੁਰ ਹੀ ਟਿਕਣ ਲਈ ਕਿਹਾ। ਉਸੇ ਰਾਤ ਨੂੰ ਹੀ ਪੀਰ ਨੂੰ ਸੁਪਨੇ ਵਿੱਚ ਦਿਖਾ ਦਿੱਤਾ ਕਿ ਗ੍ਰਹਿਸਥੀ ਦੀ ਕੀ ਮਹਾਨਤਾ ਹੈ। ਇੱਕ ਸ਼ੇਰ ਨੇ ਆਪਣੀ ਗਾਰ ਤੋਂ ਬਾਹਰ ਕੁਝ ਜਾਨਵਰਾਂ ਨੂੰ ਸਰਦੀ ਵਿੱਚ ਠਰੂ ਠਰੂ ਕਰਦੇ ਦੇਖ ਗਾਰ ਤਾਇਜ ਦਿੱਤੀ ਅਤੇ ਦੂਰ ਜੰਗਲਾਂ ਵਿੱਚ ਚਲਾ ਗਿਆ। ਸ਼ੇਰ ਨੇ ਰਾਤ ਬਾਹਰ ਖੁੱਲ੍ਹੀ ਥਾਂ ਬਰਫ਼ ਪੈਂਦੀ ਵਿੱਚ ਕੱਟੀ ਅਤੇ ਠਰਦੇ ਹੋਏ ਹੀ ਸਰੀਰ ਤੱਕ ਤਿਆਗ ਦਿੱਤਾ। ਉਹ ਹੀ ਸ਼ੇਰ ਰੱਬ ਦੀ ਦਰਗਾਹ ਵਿੱਚ ਕਬੂਲ ਹੋਇਆ। ਅਨੰਦਪੁਰ ਹੀ ਸਿੱਖ ਨੇ ਸਿੰਘ ਬਣਨਾ ਸੀ ਅਤੇ ਪਰਉਪਕਾਰ ਹਿੱਤ ਜਾਨ ਵਾਰਨ ਲਈ ਤਤਪਰ ਰਹਿਣ ਦੀ ਜਾਂਚ ਸਿੱਖਣੀ ਸੀ। ਅਨੰਦਪੁਰ ਵਿਖੇ ਨਵੀਆਂ ਤੋਂ ਨਵੀਆਂ ਅਤੇ ਦੂਰੋਂ ਦੂਰੋਂ ਸੰਗਤਾਂ ਆਉਣੀਆਂ ਆਰੰਭ ਹੋ ਗਈਆਂ। ਦੀਵਾਲੀ ਦੇ ਦੀਵਾਨ ਤੇ ਪੁੱਜਣ ਲਈ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਸੱਦੇ ਭੇਜ ਦਿੱਤੇ। ਵਪਾਰੀ ਵੀ ਪੁੱਜ ਗਏ ਸਨ ਅਤੇ ਪਹਾੜੀ ਇਲਾਕਿਆਂ ਦਾ ਕੇਂਦਰ ਅਨੰਦਪੁਰ ਬਣ ਗਿਆ ਸੀ। ਘਰ ਬਣ ਜਾਣ ਨਾਲ ਕਈ ਉੱਥੇ ਆ ਕੇ ਟਿਕੇ ਸਨ। ਸਾਧੂ, ਜਗਿਆਸੂ, ਅਭਿਆਸੀ, ਸੇਵਕ ਸਿੱਖ ਆ ਵਸੇ ਸਨ। ਲੰਗਰ ਹਰ ਸਮੇਂ ਚੱਲਦੇ ਰਹਿੰਦੇ। ਭੇਟਾ ਵੀ ਬਹੁਤ ਆਉਣ ਲੱਗ ਪਈ ਸੀ, ਪਰ ਮਹਾਰਾਜ ਜੋੜ ਨਾ ਰੱਖਦੇ, ਜਾਂ ਉਸਾਰੀ ਤੇ ਲਗਾ ਦਿੰਦੇ ਜਾਂ ਲੰਗਰ ਵਿੱਚ ਪਾ ਦਿੰਦੇ। ਆਪਣੇ ਪਾਸ ਤਾਂ ਬਿਲਕੁਲ ਹੀ ਨਾ ਰੱਖਦੇ। ਇੱਥੋਂ ਤੱਕ ਕਿ ਜਦ ਆਪ ਜੀ ਪੂਰਬ ਦੇਸ਼ਾਂ ਨੂੰ ਪ੍ਰਚਾਰ ਹਿੱਤ ਗਏ ਤਾਂ ਵੀ ਜੋ ਕੁਝ ਰਾਹ ਵਿੱਚ ਭੇਟਾ ਵਜੋਂ ਆਉਂਦਾ, ਆਪ ਜੀ ਤਿੰਨਾਂ ਕੰਮਾਂ ਤੇ ਹੀ ਲਗਾ ਦਿੰਦੇ ਸਨ। ਜਾਂ ਆਪ ਜੀ ਖੂਹ ਲਗਵਾ ਦਿੰਦੇ, ਜਾਂ ਨਗਰ ਨੂੰ ਸੋਹਣਾ ਅਤੇ ਸਵੱਛ ਬਣਾਉਣ ਲਈ ਹੀ ਦੇ ਦਿੰਦੇ, ਜਾਂ ਬੇਘਰਾਂ ਦੇ ਘਰ ਬਣਾਉਣ ਤੇ ਖਰਚ ਦਿੰਦੇ। ਆਪ ਜੀ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਕਿ ਆਈ ਮਾਇਆ ਕਿੰਨਾ ਮਦਾਂ ਤੇ ਖਰਚ ਕਰਨੀ ਚਾਹੀਦੀ ਹੈ, ਤਾਂ ਆਪ ਜੀ ਨੇ ਫਰਮਾਇਆ, ਕੂਪ ਲਗਾਵੋ, ਸਦਨ ਬਣਾਵੋ, ਖਰਚੋ ਪੁਰਕੇ ਹੱਥ ਬਸਾਵੋ। ਕੀਰਤਨ ਵੱਲ ਉਚੇਚਾ ਧਿਆਨ ਦੇ ਰਹੇ ਸਨ। ਪ੍ਰਸਿੱਧ ਕੀਰਤਨੀਏ ਢੂੰਡ ਭਾਲ ਅਤੇ ਉਚੇਚੇ ਸੁਨੇਹੇ ਭੇਜ ਕੇ ਆਪ ਜੀ ਨੇ ਅਨੰਦਪੁਰ ਸਾਹਿਬ ਸੱਦੇ।
ਸਿੱਖ ਇਤਿਹਾਸ ਨੇ ਗੁਰੂ ਤੇਗ ਬਹਾਦਰ ਜੀ ਦੇ ਕੀਰਤਨੀਆਂ ਵਿੱਚ ਭਾਈ ਗੁਲਾਬ ਰਾਏ, ਭਾਈ ਰਾਜਾ, ਭਾਈ ਬਹਿਲ, ਭਾਈ ਮਨਸੂਰ ਅਤੇ ਭਾਈ ਹਰਬੰਸ ਜੀ ਦਾ ਖਾਸ ਜ਼ਿਕਰ ਕੀਤਾ ਹੈ। ਪੂਰਬ ਪਿਆਣੇ ਵੇਲੇ ਇਹ ਕੀਰਤਨੀਏ ਨਾਲ ਹੀ ਸਨ। ਲੋਕੀ ਆਉਂਦੇ, ਉਪਦੇਸ਼ ਲੈਂਦੇ, ਜੀਵਨ ਜਾਂਚ ਸਿੱਖਦੇ, ਰੂਹਾਂ ਘੜਦੇ ਅਤੇ ਜੀ ਦਾਨ ਲੈ ਕੇ ਘਰਾਂ ਨੂੰ ਮੁੜਦੇ। ਇੱਕ ਸਿੱਖ ਨੇ ਆ ਕੇ ਪੁੱਛਿਆ ਕਿ ਮਹਾਰਾਜ, ਅਸ਼ਾਂਤੀ ਦਾ ਕੀ ਕਾਰਨ ਹੈ ਜੋ ਹਰ ਮਨੁੱਖ ਨੂੰ ਗ੍ਰਸ ਰਹੀ ਹੈ? ਇਹ ਚਿੰਤਾ ਪਿੱਛਾ ਕਿਉਂ ਨਹੀਂ ਛੱਡਦੀ? ਗੁਰੂ ਪਿਤਾ ਨੇ ਫਰਮਾਇਆ, ਇਸ ਚਿੰਤਾ ਵਿੱਚ ਹੀ ਫਸੇ ਰਹਿਣ ਦਾ ਕਾਰਨ ਸੰਤੋਖ ਦੀ ਘਾਟ ਹੈ। ਮਨੁੱਖ ਹੋਰ ਲੈਣ ਲਈ ਧਾਂਦਾ ਹੈ ਅਤੇ ਜਦ ਪਾਉਂਦਾ ਨਹੀਂ ਤਾਂ ਦੁਖੀ ਹੁੰਦਾ ਹੈ। ਬਿਨਾਂ ਸੰਤੋਖ ਨਹੀਂ ਕੋਈ ਰਾਜੇ, ਬਗੈਰ ਸੰਤੋਖ ਦੇ ਕੋਈ ਰੱਜਿਆ ਨਹੀਂ, ਤਰਿਆ ਨਹੀਂ। ਇਹ ਚਿੰਤਾ ਹਟ ਸਕਦੀ ਹੈ ਚਿੱਤ ਚਰਨਾਂ ਵਿੱਚ ਲਗਾਇਆ। ਜਿਸ ਵੇਲੇ ਮਨੁੱਖ ਦਾਤੇ ਨੂੰ ਵਿਸਾਰ, ਦਾਤ ਨਾਲ ਪਿਆਰ ਕਰੇ, ਸਮਝੋ ਚਿੰਤਾ ਸ਼ੁਰੂ ਹੋ ਗਈ। ਪਰ ਘਰ ਦੀ ਝਾਕ ਚਿੰਤਾ ਅਤੇ ਅਸ਼ਾਂਤੀ ਵਧਾਉਂਦੀ ਹੈ। ਇੱਕ ਸਿੱਖ ਨੇ ਗੁਰਮੁਖ ਦੀ ਵਿਆਖਿਆ ਕਰਨ ਦੀ ਬੇਨਤੀ ਕੀਤੀ ਤਾਂ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਦ ਮਨੁੱਖ ਹਰ ਉਸ ਗੱਲ ਪਾਸੋਂ ਮੁੱਖ ਮੋੜ ਲੈਂਦਾ ਹੈ ਜੋ ਉਸ ਨੂੰ ਪ੍ਰਭੂ ਨਾਲ ਜੋੜਦੀ ਹੈ ਤਾਂ ਐਸੇ ਪੁਰਸ਼ ਨੂੰ ਗੁਰਮੁਖ ਕਹਿੰਦੇ ਹਨ। ਸਮਝਾਉਂਦੇ ਕਿਹਾ, ਜਿਸ ਦੇ ਇੰਦਰੇ ਬਾਹਰ ਨਹੀਂ ਭਜਦੇ ਕਾਬੂ ਹਨ, ਰੰਗ ਤਮਾਸ਼ੇ ਦੇਖ ਬੇਕਾਬੂ ਨਹੀਂ ਹੁੰਦੇ। ਜਿਸ ਦਾ ਚਿੱਤ ਵਾਹਿਗੁਰੂ ਤੋਂ ਬਿਨਾਂ ਭਿੱਜਦਾ ਨਹੀਂ ਅਤੇ ਨਾ ਕੁਝ ਹੋਰ ਚੇਤੇ ਵਿੱਚ ਲਿਆਉਂਦਾ ਹੈ। ਮੱਤ ਦਾ ਰਾਖਾ ਅਕਾਲ ਪੁਰਖ ਨੂੰ ਜਾਣਦਾ ਹੈ ਅਤੇ ਆਪ ਨੂੰ ਪ੍ਰੇਮ ਦੀ ਅੱਗ ਵਿੱਚ ਢਾਲ ਪ੍ਰਭੂ ਨਾਲ ਹੀ ਮਿਲਾ ਲੈਂਦਾ ਹੈ, ਉਸ ਨੂੰ ਗੁਰਮੁਖ ਜਾਣੋ। ਜਦ ਕਿਸੇ ਨੇ ਆ ਕੇ ਪੁੱਛਿਆ ਕਿ ਜੀਵਨ ਮੁਕਤ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ, ਕੌਣ ਹੈ? ਤਾਂ ਆਪ ਜੀ ਨੇ ਫਰਮਾਇਆ, ਜੀਵਨ ਮੁਕਤ ਉਹ ਹੈ ਜੋ ਪ੍ਰਭੂ ਦੀ ਆਗਿਆ ਵਿੱਚ ਰਹਿੰਦਾ ਹੈ, ਜਿਸ ਦੇ ਇੰਦਰੇ ਜਗਤ ਤਮਾਸ਼ਾ ਦੇਖ ਬਾਹਰ ਦੌੜਨ ਨਹੀਂ ਲੱਗ ਪੈਂਦੇ, ਮਨ ਤੇ ਦੁਨੀ ਦਾ ਪਰਛਾਵਾਂ ਨਹੀਂ ਪੈਂਦਾ, ਹਉ ਦੀ ਆਪਣੀ ਹੋਂਦ ਨਾ ਰਹੇ ਅਤੇ ਹਉ ਆਪੇ ਵਿੱਚ ਰਲ ਜਾਏ ਤਾਂ ਜੀਵਨ ਮੁਕਤ ਜਾਣੋ। ਜੀਵਨ ਮੁਕਤ ਜਗਤ ਨੂੰ ਚਲਾਈਮਾਨ ਸਮਝਦਾ ਹੈ ਅਤੇ ਨਫਸ ਤੇ ਕਾਬੂ ਪਾ ਅਸਲੀਅਤ ਨੂੰ ਪਾਉਣ ਲਈ ਹੀ ਜਿੰਦਾ ਰਹਿੰਦਾ ਹੈ। ਸੁੱਖ ਦੁੱਖ ਦੀ ਗੱਲ ਚੱਲੀ ਤਾਂ ਮਹਾਰਾਜ ਨੇ ਫਰਮਾਇਆ, ਸੁੱਖ ਹੋਰ ਕੁਝ ਨਹੀਂ, ਕੇਵਲ ਮਨ ਵਿੱਚ ਕਿਸੇ ਫੁਰਨੇ ਦਾ ਅਭਾਵ ਹੈ। ਠਹਿਰੇ ਹੋਏ ਮਨ ਵਿੱਚ ਕੇਵਲ ਵਾਹਿਗੁਰੂ ਦਾ ਠੀਕ ਪਰਛਾਵਾਂ ਪੈਂਦਾ ਹੈ, ਉਸ ਦੀ ਹੋਂਦ ਦਾ ਨਜ਼ਾਰਾ ਦਿੰਦਾ ਹੈ। ਦੁੱਖ ਤ੍ਰਿਸ਼ਨਾ ਤੋਂ ਉਪਜਦਾ ਹੈ ਅਤੇ ਤ੍ਰਿਸ਼ਨਾ ਫਿਰ ਮਨ ਨੂੰ ਅਸ਼ਾਂਤ ਕਰਕੇ ਦੁੱਖ ਦੇ ਘਰ ਲੈ ਜਾਂਦੀ ਹੈ। ਇਸ ਤ੍ਰਿਸ਼ਨਾ ਤੋਂ ਬਚਣ ਦਾ ਰਾਹ ਕੇਵਲ ਸਾਦਾ ਅਤੇ ਸਾਫ਼ ਜੀਵਨ ਅਪਣਾਉਣਾ ਹੈ। ਸਾਦਾ ਜੀਵਨ ਉਹ ਹੈ ਜੋ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਤੇ ਸਾਫ਼ ਉਹ ਹੈ ਜੋ ਆਪ ਚੋਟ ਖਾ ਲੈਂਦਾ ਹੈ ਪਰ ਦੂਜੇ ਨੂੰ ਨਹੀਂ ਲਗਾਉਂਦਾ। ਬੂਟੇ ਸ਼ਾਹ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਇਹ ਧੁੰਮ ਚਾਰੇ ਪਾਸੇ ਪੈ ਗਈ ਕਿ ਗੁਰੂ ਤੇਗ ਬਹਾਦਰ ਪਾਸ ਚਾਰ ਚੀਜ਼ਾਂ, ਸਿਮਰਨ, ਬੇਪਰਵਾਹੀ, ਦਾਨ ਅਤੇ ਲੰਗਰ ਦੀ ਕਦੇ ਤੋਟ ਨਹੀਂ ਆਉਂਦੀ। ਭਾਈ ਮੱਖਣ ਸ਼ਾਹ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਰਹਿ ਕੇ ਸੇਵਾ ਕਰਦਿਆਂ ਕਈ ਮਹੀਨੇ ਹੋ ਗਏ ਸਨ। ਉਸ ਨੇ ਹੱਥ ਜੋੜ ਵਿਦਾਇਗੀ ਮੰਗੀ ਅਤੇ ਬੇਨਤੀ ਕੀਤੀ ਕਿ ਬਖਸ਼ਿਸ਼ਾਂ ਕਰੋ ਕਿ ਜਿੱਥੇ ਰਹਾਂ ਜਾਵਾਂ ਟੇਕਾਂ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ। ਗੁਰੂ ਪਾਤਸ਼ਾਹ ਨੇ ਫਰਮਾਇਆ, ਹਰ ਵੇਲੇ ਸਤਨਾਮ ਦਾ ਸਿਮਰਨ ਕਰਨਾ, ਗੁਰਬਾਣੀ ਦਾ ਪਾਠ ਕਰਨ ਨਾਲ ਚਿੱਤ ਨੂੰ ਸ਼ਾਂਤੀ ਮਿਲੇਗੀ। ਜੋ ਮਨ ਕਰਕੇ ਮਿਲੇ ਹਨ ਉਹਨਾਂ ਨੂੰ ਹੀ ਮਿਲਿਆ ਕਹਿਣਾ ਚਾਹੀਦਾ ਹੈ। ਵੇਖਣ ਵਿੱਚ ਆਉਣ ਵਾਲੀ ਵਸਤੂ ਨਾਲ ਪਿਆਰ ਕੀ ਹੋਇਆ? ਜਿਸ ਨਾਸ਼ਵੰਤ ਹੋ ਜਾਣਾ ਹੈ ਉਸ ਨਾਲ ਸਨੇਹ ਕੈਸਾ? ਸਤਨਾਮ ਸਿਮਰੋ ਦਿਨ ਰਾਤੀ, ਗੁਰਬਾਣੀ ਪੜ੍ਹ ਹਵੇ ਚਿੰਤ ਸ਼ਾਂਤੀ। ਮਨ ਸੋ ਮਿਲੇ ਸਦਾ ਮਿਲ ਰਹੇ, ਪੁੰਨ ਵਿਯੋਗ ਸੁ ਕਬਹੂ ਨ ਲਹੇ। ਦ੍ਰਿਸ਼ਟ ਮਾਨ ਪਰ ਕਹਾਂ ਸਨੇ, ਬਿਨਸਨ ਹਾਰੇ ਆਦਿਕ ਦੇ। ਫਿਰ ਫਰਮਾਇਆ ਕਿ ਸਰੀਰ ਨੂੰ ਪ੍ਰਕਾਸ਼ਣ ਵਾਲੀ ਜੋ ਚੇਤਨਾ ਸਤਾ ਹੈ ਉਹ ਬਾਲ, ਬਿਰਧ ਅਤੇ ਜਵਾਨੀ ਦੀਆਂ ਅਵਸਥਾਵਾਂ ਤੋਂ ਵੱਖ ਅਤੇ ਉੱਚੀ ਹੈ। ਭਾਈ ਮੱਖਣ ਸ਼ਾਹ ਜੀ ਬਖਸ਼ਿਸ਼ਾਂ ਲੈ ਕਿਰਤਕਾਰ ਆਪਣੇ ਇੱਕੋ ਪੁੱਤਰ ਲਾਲ ਦਾਸ ਨੂੰ ਸੌਂਪ ਪ੍ਰਚਾਰ ਵਿੱਚ ਜੁਟ ਗਏ। ਪ੍ਰਚਾਰ ਕਰਦਿਆਂ ਹੀ ਆਪ ਜੀ ਦਾ ਅਕਾਲ ਚਲਾਣਾ ਭਾਵਨਗਰ 1674 ਈਸਵੀ ਨੂੰ ਹੋਇਆ। ਜਦ ਸ਼ਹਿਰ ਵਸ ਗਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਜਾਣ ਦਾ ਵਿਚਾਰ ਬਣਾਇਆ। ਪੂਰਬ ਵੱਲ ਜਾਣ ਦੇ 6 ਕਾਰਨ ਗਿਆਨੀ ਗਿਆਨ ਸਿੰਘ ਜੀ ਨੇ ਲਿਖੇ ਹਨ। ਇੱਕ ਤਾਂ ਦੀਨ ਦਿਆਲ ਗੁਰੂ ਜੀ ਨੇ ਇਹ ਡਿੱਠਾ ਕਿ ਨਵਾਂ ਨਗਰ ਇੰਨੀ ਛੇਤੀ ਬਣ ਕੇ ਵਸ ਜਾਣ ਕਾਰਨ ਗੁਰੂ ਸੰਤਾਨ ਦੀ ਭੇਟਾ ਹੀ ਮਾਰੀ ਗਈ ਹੈ ਅਤੇ ਈਰਖਾ ਵਿੱਚ ਸੜਨ ਲੱਗ ਪਏ ਹਨ। ਮਹਾਰਾਜ ਨੇ ਜਾਣਿਆ ਕਿ ਉਹਨਾਂ ਨੂੰ ਵੀ ਦੁਖੀ ਨਹੀਂ ਰਹਿਣ ਦੇਣਾ ਚਾਹੀਦਾ। ਸੂਰਜ ਪ੍ਰਕਾਸ਼ ਨੇ ਵੀ ਇੱਕ ਕਾਰਨ ਇਹ ਦੱਸਿਆ ਹੈ ਕਿ ਇਨ ਤੇ ਅਧਿਕ ਦੂਰ ਅਬ ਜਾਏ, ਬਿਨ ਦੇਖੇ ਹਮ ਕੋ ਸੁਖ ਪਾਏ।
ਆਈ ਭੇਟ ਮਾਇਆ ਬਾਰੀ। ਉਹਨਾਂ ਦਾ ਸੁਭਾਅ ਇਹ ਹੀ ਲਿਖਿਆ ਹੈ ਕਿ ਯਥੋ ਧਨ ਐਹੇ ਗੁਰੂ ਖਰਚ ਕਰੇ ਹੈ, ਕੁਝ ਜਮਾ ਨਾ ਰੱਖੇ ਹੈ, ਦੇਹੇ ਲੰਗਰ ਬੇਅੰਤ ਹੈ। ਦੂਜਾ ਕਾਰਨ ਇਹ ਲਿਖਿਆ ਹੈ ਕਿ ਧੀਰ ਮੱਲ ਨੇ ਕਿਸੇ ਸੈਯਦ ਮੁਹੰਮਦ ਨੂੰ ਵੱਢੀ ਦੇ ਕੇ ਸਰਹੰਦ ਦੇ ਨਵਾਬ ਪਾਸ ਅਰਜੀ ਪਾਈ ਕਿ ਗੁਰੂ ਤੇਗ ਬਹਾਦਰ ਜੀ ਕੋਲੋਂ ਹੱਕ ਦਿਲਵਾਇਆ ਜਾਏ। ਗੁਰੂ ਜੀ ਵਾਦ ਵਿਵਾਦ ਵਿੱਚ ਪੈਣਾ ਨਹੀਂ ਸਨ ਚਾਹੁੰਦੇ ਅਤੇ ਉਹ ਪ੍ਰਚਾਰ ਹਿੱਤ ਪੂਰਬ ਵੱਲ ਚੱਲ ਪਏ। ਇਹ ਗੱਲ ਜੱਚਦੀ ਨਹੀਂ ਕਿਉਂਕਿ ਧੀਰ ਮੱਲ ਨੂੰ ਤਾਂ ਆਪੂ ਹੀ ਔਰੰਗਜ਼ੇਬ ਨੇ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਬੰਦੀ ਪਾ ਦਿੱਤਾ ਸੀ ਅਤੇ ਉਸ ਦੀ ਮੌਤ 1680 ਈਸਵੀ ਨੂੰ ਕਿਲੇ ਵਿੱਚ ਹੀ ਹੋਈ ਸੀ। ਤੀਜਾ ਕਾਰਨ ਇਹ ਲੱਗਦਾ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਗੁਰਮੁਖਾਂ ਦੀ ਭਾਲ ਲਈ ਸੰਗਤਾਂ ਕਾਇਮ ਕਰਨ ਲਈ ਘਰੋਂ ਨਿਕਲੇ ਸਨ, ਆਪ ਜੀ ਨੇ ਵੀ ਉਸੇ ਤਰ੍ਹਾਂ ਉਦਾਸੀ ਦਾ ਪ੍ਰੋਗਰਾਮ ਬਣਾਇਆ। ਇਸ ਉਦਾਸੀ ਦਾ ਅੰਤਰ ਇਹ ਸੀ ਕਿ ਆਪ ਜੀ ਨਾਲ ਸਭ ਪਰਿਵਾਰ ਅਤੇ ਸੇਵਕ ਸਿੱਖ ਵੀ ਸਨ। ਚੌਥਾ, ਜੋ ਬਹੁਤ ਜੱਚਦਾ ਹੈ, ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਥਾਂ ਥਾਂ ਸੰਗਤਾਂ ਤਾਂ ਕਾਇਮ ਕਰ ਰਹੇ ਸਨ, ਪਰ ਪਿੱਛੋਂ ਸਾਰ ਨਹੀਂ ਸੀ ਲਈ ਜਾ ਸਕੀ। ਗੁਰੂ ਅੰਗਦ ਦੇਵ ਜੀ ਨੂੰ ਅੰਦਰ ਅਤੇ ਬਾਹਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਉਹ ਖਡੂਰ ਤੋਂ ਬਾਹਰ ਨਾ ਜਾ ਸਕੇ। ਜੜ ਦੀ ਸੰਭਾਲ ਜ਼ਰੂਰੀ ਸੀ। ਗੁਰੂ ਅਮਰਦਾਸ ਜੀ ਮਸਾਂ ਕੁਰੂਕਸ਼ੇਤਰ ਹਰਿਦੁਆਰ ਤੱਕ ਹੀ ਲੋਕ ਉਦਾਹਰਣ ਅਰਥਾ ਗਏ ਸਨ। ਗੁਰੂ ਰਾਮਦਾਸ ਜੀ ਦਾ ਪ੍ਰਚਾਰ ਖੇਤਰ ਮਾਝੇ ਦਾ ਕੁਝ ਇਲਾਕਾ ਹੀ ਸੀ। ਗੁਰੂ ਅਰਜਨ ਦੇਵ ਜੀ ਨੇ ਦੁਆਬੇ ਵੱਲ ਧਿਆਨ ਦਿੱਤਾ, ਪਰ ਉਹਨਾਂ ਦਾ ਬਹੁਤਾ ਸਮਾਂ ਵੀ ਸਿੱਖੀ ਲਹਿਰ ਨੂੰ ਸੰਗਠਿਤ ਕਰਨ ਤੇ ਹੀ ਲੱਗਾ। ਗੁਰੂ ਹਰਗੋਬਿੰਦ ਜੀ ਵੱਧ ਤੋਂ ਵੱਧ ਉੱਤਰ ਵੱਲ ਕਸ਼ਮੀਰ ਅਤੇ ਪੂਰਬ ਵੱਲ ਪੀਲੀਭੀਤ ਤੱਕ ਹੀ ਗਏ, ਉਹ ਵੀ ਇੱਕ ਸਿੱਖ ਦੀ ਸ਼ਰਧਾ ਪੂਰਨ ਲਈ ਅਤੇ ਦੂਜੇ ਪਾਸੇ ਪੁਕਾਰ ਸੁਣ ਕੇ। ਗੁਰੂ ਹਰਿਰਾਏ ਜੀ ਬਹੁਤ ਕਰਕੇ ਉੱਪਰਲੇ ਪੰਜਾਬ ਹੀ ਵਿਚਰਦੇ ਰਹੇ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਬਹੁਤਾ ਸਮਾਂ ਕੀਰਤਪੁਰ ਅਤੇ ਦਿੱਲੀ ਗੁਜ਼ਰਿਆ ਸੀ। ਸੋ ਗੁਰੂ ਤੇਗ ਬਹਾਦਰ ਜੀ ਨੇ ਪੱਕ ਕਰ ਲਿਆ ਕਿ ਸੰਗਤਾਂ ਨੂੰ ਫਿਰ ਜੀਵਨ ਰੌ ਨਾਲ ਜੋੜਨ ਦੀ ਲੋੜ ਹੈ। ਮਸੰਦ ਲੋਕ ਭਾਵੇਂ ਕਾਰਜ ਕਰ ਰਹੇ ਸਨ, ਪਰ ਬਹੁਤੇ ਆਪ ਹੁਦਰੇ ਹੋ ਗਏ ਸਨ। ਪੰਜਵਾਂ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਪੁਗੇਗੀ ਆਸ ਮਾਤ ਮਮ ਪਤਨੀ ਕੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਕਥਾ ਵਿੱਚ ਲਿਖਿਆ ਹੈ ਕਿ ਮੇਰੇ ਮਾਤਾ ਅਤੇ ਪਿਤਾ ਉਸ ਪ੍ਰਭੂ ਦੀ ਆਰਾਧਨਾ ਪਿੱਛੋਂ ਭਾਂਤ ਭਾਂਤ ਦੇ ਤੀਰਥਾਂ ਤੇ ਗਏ ਅਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਛੇਵਾਂ ਭਾਵਕ ਸੀ, ਜੋ ਗੁਰ ਸਿੱਖ ਭਗਤ ਬਿਰਧ ਹੋ ਗਏ ਸਨ, ਉਹਨਾਂ ਦੀ ਆਸ ਪੂਰੀ ਕਰਨੀ ਲਾਜ਼ਮੀ ਸੀ। ਅਤ ਬਿਰਧ ਸਿੱਖ ਗੁਰ ਕੇ ਸਿੱਧ ਕਵਾਣ ਆਏ ਨਾ ਸਖਤ, ਜਿਉ ਦਰਸ ਚਾਹੀ ਹੈ। ਸੂਰਜ ਪ੍ਰਕਾਸ਼ ਵਿੱਚ ਭਾਈ ਗੁਰਬਖਸ਼ ਮਸੰਦ ਨੇ ਜੌਨਪੁਰ ਤੋਂ ਆਉਣ ਦਾ ਜ਼ਿਕਰ ਕੀਤਾ ਹੈ। ਉਸ ਬੇਨਤੀ ਕੀਤੀ ਕਿ ਪੂਰਬ ਤੇ ਕਿਰਪਾ ਦ੍ਰਿਸ਼ਟੀ ਕਰੋ। ਉਸ ਦੱਸਿਆ ਕਿ ਉਹ ਦਿੱਲੀ ਤੋਂ ਵੀ ਹੋ ਕੇ ਆਇਆ ਹੈ ਅਤੇ ਔਰੰਗਜ਼ੇਬ ਆਪ ਜੀ ਨੂੰ ਮਿਲਣ ਦੀ ਚਾਹ ਰੱਖਦਾ ਹੈ। ਪਰ ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਔਰੰਗਜ਼ੇਬ ਨੂੰ ਤਖਤ ਤੇ ਬੈਠਿਆਂ ਤਕਰੀਬਨ 8 ਸਾਲ ਹੋ ਗਏ ਸਨ। ਉਸਨੇ ਸੱਚਮੁੱਚ ਹੀ ਖੂਨ ਦੀ ਨਦੀ ਵਗਾ ਕੇ ਤਖਤ ਨੂੰ ਪਾਇਆ ਸੀ। ਤਖਤ ਤੇ ਬੈਠਣ ਵੇਲੇ ਉਸਨੇ ਪਹਿਲਾ ਕਦਮ ਆਪਣੇ ਪਿਤਾ ਸ਼ਾਹਜਹਾਨ ਦੀ ਛਾਤੀ, ਦੂਜਾ ਭਰਾਵਾਂ ਦੀਆਂ ਲਾਸ਼ਾਂ ਅਤੇ ਤੀਜਾ ਦਾਰਾ ਸ਼ਿਕੋਹ ਦੀ ਖੋਪਰੀ ਤੇ ਰੱਖਿਆ ਸੀ। ਮੱਕੇ ਦੇ ਖਲੀਫੇ ਤੱਕ ਨੇ ਇਸ ਦੀਆਂ ਭੇਜੀਆਂ ਸੁਗਾਤਾਂ ਵਾਪਸ ਮੋੜ ਦਿੱਤੀਆਂ ਸਨ। ਇਸ ਨੇ ਮਲਾਣਿਆਂ ਅਤੇ ਮੁਸਲਮਾਨ ਦੀਨੀ ਭਰਾਵਾਂ ਨੂੰ ਇਹ ਯਕੀਨ ਦਿਲਵਾਉਣ ਲਈ ਕਿ ਉਹ ਹੀ ਦੀਨ ਦਾ ਰਾਖਾ ਅਤੇ ਮੁਸਲਮਾਨਾਂ ਦਾ ਸਹਾਈ ਹੈ, ਇੱਕ ਪੱਖੀ ਤਵੱਸਬ ਵਾਲੀ ਨੀਤੀ ਅਪਣਾ ਲਈ ਸੀ। ਅਤਿਆਚਾਰਾਂ ਦੇ ਚੱਕਰ ਚੱਲ ਪਏ ਸਨ। ਉਸਨੇ ਪਹਿਲਾ ਹੱਲਾ ਹੀ ਪੂਰਬ ਤੇ ਕੀਤਾ ਸੀ। ਸਤਨਾਮੀਆਂ ਜਾਟਾਂ, ਰਾਜਪੂਤਾਂ ਤੇ ਰਹੇਲਿਆਂ ਤੱਕ ਨੇ ਤਲਵਾਰਾਂ ਉਠਾ ਲਈਆਂ ਸਨ। ਗੁਰੂ ਜੀ ਸਾਹਸ ਦੇਣ ਲਈ ਘਰੋਂ ਨਿਕਲੇ ਤਾਂ ਕਿ ਨਿਤਾਣਿਆਂ ਤੇ ਮਾਰੂ ਮਰੂ ਕਰਦਿਆਂ ਨੂੰ ਭੈ ਕਾਹੂ ਕੋ ਦੇਤ ਨਹੀਂ, ਨਹਿ ਭੇ ਮਨ ਤਾਣ ਦਾ ਨਰੋਆ ਨਵਾਂ ਨਾਅਰਾ ਦਿੱਤਾ ਜਾਏ। ਵਿਸਥਾਰ ਤਾਂ ਮਹਾਰਾਜ ਦੇ ਸ਼ਹੀਦੀ ਦੇ ਕਾਰਨਾਂ ਵਾਲੇ ਅਧਿਆਏ ਵਿੱਚ ਹੀ ਲਿਖ ਦਿੱਤਾ ਜਾਵੇਗਾ, ਪਰ ਇੱਥੇ ਇਹਨਾਂ ਕਹਿਣਾ ਹੀ ਕਾਫੀ ਹੈ ਕਿ ਸੰਨ 1665 ਵਿੱਚ ਮੁਸਲਮਾਨਾਂ ਦੇ ਲੱਦੇ ਮਾਲ ਤੇ ਚੁੰਗੀ ਹਿੰਦੂਆਂ ਨਾਲੋਂ ਅੱਧੀ ਕਰ ਦਿੱਤੀ ਗਈ ਸੀ। ਮੰਦਰ ਢਾਉਣੇ ਆਰੰਭ ਕਰ ਦਿੱਤੇ ਗਏ ਸਨ ਅਤੇ ਮਿੱਟੀ ਦੇ ਖਿਡੌਣੇ ਤੱਕ ਬਣਾਉਣ ਦੀ ਹੁਕਮਨ ਮਨਾਹੀ ਕਰ ਦਿੱਤੀ ਗਈ ਸੀ ਕਿ ਇਸ ਵਿੱਚ ਬੁੱਤ ਪ੍ਰਸਤੀ ਦੀ ਬੂ ਆਉਂਦੀ ਹੈ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ ਹੈ, ਉਹ ਜਾਣਦੇ ਹਨ ਕਿ ਉਹਨਾਂ ਦੀ ਸਮੁੱਚੀ ਬਾਣੀ ਹੀ ਬ੍ਰਿਜੀ ਜਾਂ ਹਿੰਦੀ ਵਿੱਚ ਹੈ। ਪੰਜਾਬੀ ਦੇ ਸ਼ਬਦ ਬਹੁਤ ਘੱਟ ਵਰਤੇ ਹਨ। ਫਿਰ ਜੋ ਇਸ਼ਾਰੇ, ਚਿੰਨ੍ਹ, ਹਵਾਲੇ ਅਤੇ ਮਿੱਥਾਂ ਵਰਤੀਆਂ ਹਨ, ਉਹ ਹਿੰਦੂ ਇਤਿਹਾਸ ਵਿੱਚੋਂ ਹਨ। ਪਹਿਰਲਾਦ ਦੀ ਦ੍ਰਿੜਤਾ, ਧਰੂ ਦੀ ਅਟਲਤਾ, ਗੱਜ ਦੀ ਪੁਕਾਰ, ਤੰਦੂਏ ਦੀ ਹਾਰ ਉਹਨਾਂ ਢੱਠੇ ਮਨਾਂ ਨੂੰ ਯਕੀਨ ਦਿਵਾਉਣ ਲਈ ਹੀ ਸੀ ਕਿ ਦ੍ਰਿੜਤਾ, ਅਟਲਤਾ ਅਤੇ ਪੁਕਾਰ ਵੱਡੇ ਵੱਡੇ ਤੇਂਦੂਏ ਨੂੰ ਪਛਾੜ ਸਕਦੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ
ਜਲਤੀ ਸਭ ਪ੍ਰਿਥਵੀ ਦੇਖ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਉਦਾਸੀਆਂ ਤੇ ਨਿਕਲੇ ਸਨ, ਤਿਵੇਂ ਨੌਵੇਂ ਨਾਨਕ ਦੁਨੀਆ ਦੀ ਪੁਕਾਰ ਸੁਣ ਬਾਹਾਂ ਪਕੜਨ ਆਨੰਦਪੁਰੋਂ ਨਿਕਲੇ ਸਨ। ਇਹ ਹੀ ਕਾਰਨ ਲੱਗਦਾ ਹੈ ਕਿ ਮਾਲਵੇ ਵਿੱਚ ਵਿਚਰਦੇ ਹੀ ਧਮਧਾਨ ਸਾਹਿਬ ਤੋਂ 8 ਨਵੰਬਰ 1665 ਨੂੰ ਔਰੰਗਜ਼ੇਬ ਨੇ ਸੱਦ ਦਿੱਲੀ ਮੰਗਵਾਇਆ ਸੀ। ਔਰੰਗਜ਼ੇਬ ਨਾਲ ਮੁਲਾਕਾਤ ਵੀ ਹੋਈ ਸੀ ਅਤੇ ਔਰੰਗਜ਼ੇਬ ਨੇ ਬੰਦੀ ਵਿੱਚ ਪਾਏ ਜਾਣ ਦਾ ਹੁਕਮ ਵੀ ਦਿੱਤਾ ਸੀ। ਰਾਜਾ ਰਾਮ ਸਿੰਘ ਨੇ ਆਪੂ ਵਿੱਚ ਪੈ ਕੇ ਮਾਮਲੇ ਨੂੰ ਨਜਿੱਠਿਆ ਸੀ। ਕੜਾ ਮਾਣਕਪੁਰ ਵਿਖੇ ਮਹੰਤ ਮਲੂਕ ਦਾਸ ਕੋਲੋਂ ਉਸਦੇ ਚੇਲਿਆਂ ਨੇ ਪੁੱਛਿਆ ਸੀ ਕਿ ਗੁਰੂ ਜੀ ਕਿੱਧਰ ਜਾ ਰਹੇ ਹਨ, ਤਾਂ ਪੁੱਛਦਾ ਉੱਤਰ ਮਲੂਕ ਦਾਸ ਨੇ ਦਿੱਤਾ ਕਿ ਉਹ ਪੂਰਬ ਜਾਣ ਦੇ ਕਾਰਨਾਂ ਦਾ ਇੱਕ ਪ੍ਰਕਾਰ ਦਾ ਸਾਰ ਹੀ ਹੈ। ਮਲੂਕ ਦਾਸ ਨੇ ਕਿਹਾ ਸੀ, ਬ੍ਰਹਮਪੁੱਤਰ ਦਰਿਆ ਤੋਂ ਪਰੇ ਤੱਕ ਜੋ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸਨ, ਗੁਰੂ ਤੇਗ ਬਹਾਦਰ ਜੀ ਤੀਰਥਾਂ ਦੇ ਬਹਾਨੇ ਉਸ ਨੂੰ ਪਾਣੀ ਦੇਣ ਚੱਲੇ ਹਨ। ਉਹ ਲੋਕ ਦੂਰ ਦੇਸ਼ ਦੇ ਸਬੱਬ ਪੰਜਾਬ ਨਹੀਂ ਆ ਸਕਦੇ, ਦਰਸ਼ਨਾਂ ਦੀ ਅਭਿਲਾਸ਼ਾ ਲਈ ਬੈਠੇ ਹਨ। ਕਿਸੇ ਨੇ ਸੁੰਦਰ ਪਲੰਘ ਬਣਾ ਕੇ ਮਖਮਲੀ ਤਕੀਏ ਸਜਾ ਕੇ ਇਹਨਾਂ ਪ੍ਰਤੀਗਿਆ ਕਰ ਰੱਖੀ ਹੈ ਕਿ ਜਦੋਂ ਤੱਕ ਇਸ ਉੱਤੇ ਬਿਰਾਜੇ ਹੋਏ ਗੁਰੂ ਦਾ ਦਰਸ਼ਨ ਨਹੀਂ ਕਰਨਗੇ, ਤਦੋਂ ਤੱਕ ਅਸਾਂ ਹੋਰ ਮੰਜੇ ਤੇ ਵੀ ਨਹੀਂ ਪੈਣਾ। ਕਈਆਂ ਨੇ ਮੰਦਰ ਸੁੰਦਰ ਬਣਵਾ ਕੇ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਦੇ ਚਰਨ ਨਹੀਂ ਪੈਣਗੇ ਨਿਵਾਸ ਨਹੀਂ ਕਰਨਾ। ਬਹੁਤਿਆਂ ਕੀਮਤੀ ਪੁਸ਼ਾਕਾਂ ਬਣਾ ਰੱਖੀਆਂ ਸਨ। ਗੁਰੂ ਜੀ ਅੰਗ ਲਗਾਉਣਗੇ ਤਾਂ ਹੀ ਉਹ ਵਸਤਰ ਪਹਿਨਣਗੇ। ਕਿਸੇ ਘੋੜਾ ਪਾਲ ਰੱਖਿਆ ਸੀ, ਕਿਸੇ ਪਾਲਕੀ ਬਣਾ ਰੱਖੀ ਸੀ। ਇਸ ਪ੍ਰਕਾਰ ਅਪਾਰ ਸਿੱਖਾਂ ਦੀ ਸ਼ਰਧਾ ਅਤੇ ਪ੍ਰਤਿਗਿਆ ਪੂਰੀ ਕਰਨ ਲਈ ਗੁਰੂ ਜੀ ਨਦੀ ਮੇਘ ਵਾਂਗ ਜੀਵਾਂ ਨੂੰ ਨਿਹਾਲ ਕਰਦੇ ਹੋਏ ਸਿੱਖਾਂ ਨੂੰ ਤਾਰਨ ਚਲੇ ਗਏ। ਉਹ ਸਿੱਖ ਇਸ ਪ੍ਰਕਾਰ ਦੀਆਂ ਬੇਨਤੀਆਂ ਕਰ ਰਹੇ ਸਨ, ਹੇ ਭਗਵਾਨ, ਆਪ ਜੀ ਨੇ ਅੰਬਰੀਕ ਰਾਜਾ ਦੀ ਇੱਛਾ ਪੂਰੀ ਕੀਤੀ ਸੀ, ਬਾਵਨ ਬਣ ਕੇ ਇੰਦਰ ਦੇ ਸਹਾਇਕ ਹੋਏ, ਬਲੀ ਰਾਜਾ ਦੀ ਬੁੱਧਹਰੀ, ਦ੍ਰੋਪਦੀ ਦੀ ਲਾਜ ਰੱਖੀ, ਸੁਦਾਮੇ ਦੇ ਦਰਿਦਰ ਭੰਨੇ, ਬਿਦਰ ਦਾ ਸਾਗ ਖਾਧਾ, ਭੀਲਣੀ ਦੇ ਬੇਰ ਛਕੇ, ਕਰਨ ਬਾਈ ਦੀ ਖਿਚੜੀ ਖਾਧੀ, ਧੰਨੇ ਦੇ ਵਗ ਚਾਰੇ। ਜਿਸ ਸਮੇਂ ਜਿਸ ਨੇ ਪਰਮ ਪ੍ਰੇਮ ਨਾਲ ਯਾਦ ਕੀਤਾ ਉੱਥੇ ਆਪ ਹੀ ਪ੍ਰਗਟ ਹੁੰਦੇ ਰਹੇ। ਹੁਣ ਸਾਡੀ ਵਾਰੀ, ਕਿਉਂ ਦੇਰ ਕਰ ਰਹੇ ਹੋ? ਸਤਿਗੁਰੂ ਦਰਸ਼ਨ ਦਿਓ। ਇਸ ਕਾਰਨ ਗੁਰੂ ਜੀ ਤੀਰਥਾਂ ਦੇ ਬਹਾਨੇ ਉਹਨਾਂ ਦਾ ਕਲਿਆਣ ਕਰਨ ਚਲੇ ਗਏ ਸਨ। ਗੁਰੂ ਜੀ ਨੇ ਆਨੰਦਪੁਰ ਨਗਰ ਦੀ ਉਸਾਰੀ ਅਤੇ ਹੋਰ ਰੱਖਿਆ ਦਾ ਕਾਰਜ ਭਾਈ ਭਾਗੂ ਜੀ, ਰਾਮੇ ਜੀ, ਭਾਈ ਸਾਧੂ ਮੁਲਤਾਨੀ, ਭਾਈ ਬਹਿਲੋਕੇ ਦੇ ਮੁਖੀ ਦੇਸ ਰਾਜ ਨੂੰ ਸੌਂਪ ਹਦਾਇਤਾਂ ਦਿੱਤੀਆਂ ਕਿ ਜੋ ਮਾਇਆ ਆਵੇ ਉਸ ਨੂੰ ਖੂਹ ਲਗਵਾਉਣ, ਘਰ ਬਣਵਾਉਣ ਅਤੇ ਨਗਰ ਵਸਾਉਣ ਹਿੱਤ ਹੀ ਖਰਚ ਕਰਨਾ। ਜੇ ਕੋਈ ਨਗਰ ਵਾਸੀਆਂ ਨੂੰ ਸਤਾਏ ਅਤੇ ਦੁਖੀ ਕਰੇ ਤਾਂ ਚੁੱਪ ਕਰਕੇ ਨਾ ਬੈਠਣਾ, ਉਸ ਨੂੰ ਰੋਕਣ ਤੇ ਸਜ਼ਾ ਦੇਣਾ। ਪੁਰ ਕੋ ਖੇਦ ਦੇਹ ਨਾ ਕੋਈ, ਜੇ ਕੋ ਦੇਹ ਰਹੇ ਨਾ ਕੋ ਸੋਈ। ਸਭ ਨਗਰ ਵਾਸੀਆਂ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ, ਇਹ ਸਰੀਰ ਰਤਨ ਹੈ, ਇਸ ਨੂੰ ਸਫਲ ਕਰਨ ਦਾ ਯਤਨ ਕਰਨਾ, ਧੰਦਿਆਂ ਵਿੱਚ ਫਸ ਕੇ ਇਸ ਨੂੰ ਜਾਇਆ ਨਾ ਕਰਨਾ, ਕਿਰਤ ਸੁੱਚੀ ਰੱਖਣੀ ਅਤੇ ਸਤਨਾਮ ਦਾ ਸਿਮਰਨ ਕਰਨਾ, ਮਨ ਵਿੱਚ ਸਿਮਰਨ ਬਿਰਤੀ ਰੱਖਦੇ ਹੋਏ ਇਹ ਹੀ ਮੰਗਣਾ ਕਿ ਹੇ ਵਾਹਿਗੁਰੂ, ਸਾਡਾ ਸਾਹਸ ਬਿਰਥਾ ਨਾ ਜਾਏ, ਸੰਗਤ ਦੀ ਸੇਵਾ ਵਿੱਚ ਜੀਵਨ ਲਗਾਉਣਾ। ਹੁਣ ਸਮਾਂ ਤਪ ਦਾ ਨਹੀਂ ਸੇਵਾ ਦਾ ਹੈ, ਸੇਵਾ ਰਾਹੀਂ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਤਿਸ ਤੇ ਸਹਿਸ ਗੁਣਾ ਫਲ ਪਾਵੇ, ਜੋ ਸਤ ਸੰਗਤ ਸੇਵਾ ਕਮਾਵੇ। ਮਨ ਨੂੰ ਸਿਮਰਨ ਵਿੱਚ ਲਗਾਉਣਾ, ਇਹ ਮਤਲਬ ਤੇ ਬੇਮਤਲਬ ਦੇ ਫੁਰਨੇ ਹੀ ਮਨ ਇਕਾਗਰ ਨਹੀਂ ਰਹਿਣ ਦਿੰਦੇ। ਇਹ ਫੁਰਨੇ ਸਿਮਰਨ ਨਾਲ ਇਕਾਗਰਤਾ ਆਉਣ ਤੇ ਆਪੇ ਹੀ ਮੁੱਕ ਜਾਣਗੇ। ਮਨ ਨੂੰ ਨਾਮ ਵਿੱਚ ਸਮਾਉਣਾ, ਮਨ ਦਾ ਪ੍ਰਵਾਹ ਜਲ ਸਮਾਨ ਹੈ, ਜਿਸ ਪਾਸੇ ਲੈ ਜਾਏਂਗੇ ਉਸ ਪਾਸੇ ਹੀ ਤੁਰ ਪਏਗਾ। ਜਲ ਪ੍ਰਵਾਹ ਸਮ ਮਨ ਕੋ ਅਹਿ, ਜਿੱਤੇ ਕਰਿ ਤਿਤ ਹੀ ਨਿਤ ਬਹਿ। ਇਹ ਕਦੇ ਨਾ ਭੁੱਲਣਾ ਕਿ ਵਿਕਾਰ ਪਹਿਲਾਂ ਥੋੜਾ ਜਿਹਾ ਸੁੱਖ ਦੇ ਕੇ ਆਪਣੇ ਵੱਲ ਹੀ ਖਿੱਚ ਲੈਂਦੇ ਹਨ। ਮਨ ਨਿਰਮਲ ਨਹੀਂ ਰਹਿੰਦਾ ਤੇ ਕੇਵਲ ਨਿਰਮਲ ਮਨ ਹੀ ਨਾਮ ਵਿੱਚ ਉੱਨਤ ਹੁੰਦਾ ਹੈ। ਸੇਵਾ ਮਨ ਨੂੰ ਨਾਲੋਂ ਨਾਲ ਨਿਰਮਲ ਕਰੀ ਜਾਂਦੀ ਹੈ। ਦੁੱਖ ਆਉਣ ਤਾਂ ਸ਼ਿਕਵਾ ਨਹੀਂ ਕਰਨਾ, ਪ੍ਰਭੂ ਤੇ ਦੋਖ ਨਹੀਂ ਲਗਾਉਣੇ, ਖੁਸ਼ੀ ਨਾਲ ਦੁੱਖ ਝੱਲਣੇ ਅਤੇ ਸੁੱਖ ਆਵੇ ਤਾਂ ਹੰਕਾਰ ਨਹੀਂ ਕਰਨਾ, ਸਗੋਂ ਸ਼ੁਕਰ ਵਿੱਚ ਆਉਣਾ ਹੈ। ਆਪ ਜੀ ਨੇ ਪੂਰਬ ਪਿਆਨੇ ਦੀ ਤਿਆਰੀ ਪੂਰੀ ਕਰਕੇ ਸਭ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਮਝਾ ਦਿੱਤੀਆਂ। ਕਹਿਲੂਰ ਦੀ ਰਾਣੀ ਵੀ ਗੁਰੂ ਤੇਗ ਬਹਾਦਰ ਜੀ ਦਾ ਪੂਰਬ ਵੱਲ ਜਾਣਾ ਸੁਣ ਕੇ ਆਈ। ਉਸਨੇ ਜਦ ਸੇਵਾ ਪੁੱਛੀ ਤਾਂ ਆਪ ਜੀ ਨੇ ਪਿੱਛੋਂ ਨਗਰ ਦੀ ਸੰਭਾਲ ਅਤੇ ਮੁਖੀ ਸਿੱਖਾਂ ਦੀ ਦੇਖਭਾਲ ਕਰਨਾ ਫਰਮਾਇਆ। ਭਾਗ 8ਵਾਂ, ਮਾਲਵਾ ਦੇਸ਼ ਵਿਚਰਨਾ ਅਤੇ ਮੁਲਾਕਾਤ ਔਰੰਗਜ਼ੇਬ। 3 ਅਕਤੂਬਰ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ,
ਮਾਤਾ ਨਾਨਕੀ ਜੀ ਅਤੇ ਹੋਰ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ। ਨਗਰ ਛੱਡਣ ਵੇਲੇ ਆਪ ਜੀ ਨੇ ਸਭ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪਾਪ ਤਜੋ ਅਤੇ ਉਸ ਦਾ ਸੰਗ ਕਰੋ ਜੋ ਨਿਰਭੈ ਹੈ ਅਤੇ ਦੁੱਖ ਹਰਤਾ ਹੈ। ਪਾਪ ਤੋਂ ਬਚਣ ਦਾ ਰਾਹ ਕੇਵਲ ਉਸ ਦਾ ਨਾਮ ਹੈ। ਮਨੁੱਖ ਪਾਸ ਕੁਝ ਨਹੀਂ, ਉਹ ਤਾਂ ਆਪ ਹੀ ਕਾਮ ਸੰਤਾਪਿਆ ਹੈ, ਸੋ ਇਸ ਦੀ ਸ਼ਰਨ ਨਹੀਂ ਲੈਣੀ। ਸਭਨਾਂ ਨਾਲ ਸੰਗ ਤੋੜ ਕੇਵਲ ਉਸ ਨਾਲ ਮਨ ਜੋੜਨਾ ਹੈ। ਰਾਹ ਅਤੇ ਟਿਕਾਣਿਆਂ ਦਾ ਪ੍ਰਬੰਧ ਇਹ ਕੀਤਾ ਗਿਆ ਕਿ ਜਿੱਥੇ ਜਾ ਕੇ ਟਿਕਾਣਾ ਕਰਨਾ ਹੁੰਦਾ ਸੀ, ਭਾਈ ਸੰਗਤੀਆ, ਭਾਈ ਸੁਖਾਨੰਦ ਅਤੇ ਨੱਥੂ ਰਬਾਬੀ ਕਨਾਤਾਂ ਸਾਹਿਬਾਨ ਅਤੇ ਹੋਰ ਸਮਾਨ ਲੈ ਕੇ ਪੁੱਜ ਜਾਂਦੇ ਅਤੇ ਗੁਰੂ ਜੀ ਅਤੇ ਪਰਿਵਾਰ ਦੇ ਪੁੱਜਣ ਤੋਂ ਪਹਿਲਾਂ ਸਾਰਾ ਪ੍ਰਬੰਧ ਕਰ ਦਿੰਦੇ। ਮਾਤਾ ਨਾਨਕੀ ਜੀ ਰੱਥ ਤੇ ਸਨ, ਮਾਤਾ ਗੁਜਰੀ ਜੀ ਪਾਲਕੀ ਅਤੇ ਗੁਰੂ ਤੇਗ ਬਹਾਦਰ ਜੀ ਘੋੜੇ ਤੇ ਸਵਾਰ ਸਨ। ਇਸ ਵਹੀਰ ਦੇ ਅਗੜ ਪਿਛੜ ਦਾ ਧਿਆਨ ਮਾਮਾ ਕਿਰਪਾਲ ਚੰਦ ਜੀ, ਸਾਹਿਬ ਚੰਦ ਜੀ, ਭਾਈ ਗੁਰਬਖਸ਼ ਜੀ, ਭਾਈ ਮਤੀਦਾਸ ਜੀ, ਭਾਈ ਸਾਧੂ ਜੀ, ਭਾਈ ਦਿਆਲਾ ਜੀ ਅਤੇ ਹੋਰ ਮੁਖੀ ਸਿੱਖ ਕਰਦੇ ਸਨ। ਅਜੇ ਕੁਝ ਵਾਟ ਹੀ ਗਏ ਸਨ ਕਿ ਦਿੱਲੀ ਦੀ ਸੰਗਤ ਦੇ ਕਿਰਤਪੁਰ ਪੁੱਜਣ ਦੀ ਖਬਰ ਪੁੱਜੀ। ਗੁਰੂ ਜੀ ਨੇ ਸੰਗਤ ਨੂੰ ਕਿਰਤਪੁਰ ਹੀ ਰੁਕਣ ਲਈ ਆਗਿਆ ਭੇਜੀ। ਦਿੱਲੀ ਦੀ ਸੰਗਤ ਨੇ ਗੁਰੂ ਜੀ ਨੂੰ ਦਿੱਲੀ ਵਿਖੇ ਹੋ ਰਹੀਆਂ ਸਾਜ਼ਿਸ਼ਾਂ ਅਤੇ ਦੋਖੀਆਂ ਦੇ ਮਨਸੂਬਿਆਂ ਬਾਰੇ ਦੱਸਿਆ। ਇਹ ਸੁਣ ਕੇ ਗੁਰੂ ਜੀ ਨੇ ਕੇਵਲ ਇਹੀ ਹੀ ਵਚਨ ਕੀਤਾ, ਜੋ ਕਰੇਗਾ ਸੋ ਭਰੇਗਾ। ਸਾਡਾ ਤੁਹਾਡਾ ਰੱਖਿਅਕ ਗੁਰੂ ਨਾਨਕ ਪਾਤਸ਼ਾਹ ਹੈ। ਗੁਰੂ ਜੀ ਕਿਰਤਪੁਰ ਤੋਂ ਟੁਰ ਕੇ ਭਗਤਗੜ੍ਹ ਪੁੱਜੇ ਅਤੇ ਪਹਿਲਾ ਵਿਸ਼ਰਾਮ ਘਨੌਲੀ ਕੀਤਾ। ਘਨੌਲੀ ਤੋਂ ਅਗਲੇ ਦਿਨ ਰੋਪੜ ਉਸ ਥਾਂ ਤੇ ਟਿਕਾਣਾ ਕੀਤਾ ਜਿੱਥੇ ਹੁਣ ਗੁਰਦੁਆਰਾ ਸਦਾਬਰਤ ਹੈ। ਰੋਪੜ ਤੋਂ ਬਾਹਮਣ ਮਾਜਰਾ ਅਤੇ ਬੂਰ ਮਾਜਰਾ ਹੁੰਦੇ ਹੋਏ ਗੁਰੂ ਜੀ ਦੁਗਰੀ ਪੁੱਜੇ। ਦੁਗਰੀ ਦੇ ਲਾਗਲੇ ਪਿੰਡ ਕੋਟਲੀ ਦੇ ਨਵਾਬ ਨੇ ਬਹੁਤ ਹੀ ਸੇਵਾ ਕੀਤੀ ਅਤੇ ਆਪਣੇ ਮਹਿਲਾਂ ਵਿੱਚੋਂ ਉਚੇਚੇ ਤੌਰ ਤੇ ਲੈ ਗਿਆ। ਮਹਾਰਾਜ ਦੀ ਅਸੀਸ ਨਾਲ ਨਵਾਬ ਦੇ ਘਰ ਲੜਕਾ ਪੈਦਾ ਹੋਇਆ। ਉਸਨੇ 100 ਬਿੱਗਾ ਜ਼ਮੀਨ ਗੁਰੂ ਜੀ ਦੇ ਨਾਂ ਲਗਵਾਈ। ਦੁਗਰੀ ਤੋਂ ਕੁਰਾਲੀ ਹੁੰਦੇ ਹੋਏ ਕਢੂਆ ਬਾਗ ਵਿੱਚ ਡੇਰਾ ਕੀਤਾ, ਜਿਸ ਛਪੜੀ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ। ਉੱਥੇ ਅੱਜ ਸਰੋਵਰ ਹੈ। ਬਲਰਾਮ ਨਾਮ ਦੇ ਤਰਖਾਣ ਨੇ ਬੇਨਤੀ ਕੀਤੀ ਕਿ ਤਪਦਿਕ ਦਾ ਰੋਗ ਖਹਿੜਾ ਨਹੀਂ ਛੱਡਦਾ। ਮਹਾਰਾਜ ਨੇ ਫਰਮਾਇਆ ਕਿ ਸੁਖਮਨੀ ਸਾਹਿਬ ਦਾ ਪਾਠ ਇੱਕ ਚਿੱਤ ਕਰਨ ਤੇ ਛਪੜੀ ਇਸ਼ਨਾਨ ਕਰਾਉਣ ਨਾਲ ਇਹ ਰੋਗ ਹਟ ਜਾਏਗਾ। ਮਹਾਰਾਜ ਦੇ ਬਚਨਾਂ ਦੇ ਟੁਰਨ ਨਾਲ ਰੋਗ ਵੀ ਹਟਿਆ ਤੇ ਸਿਮਰਨ ਦੀ ਵੀ ਲਾਗ ਲੱਗੀ। ਘੜੂਆਂ ਤੋਂ 9ਵੇਂ ਪਾਤਸ਼ਾਹ ਨੇ ਆਨੰਦਪੁਰ ਚਰਨ ਪਾਏ। ਆਨੰਦਪੁਰ ਟਿਕਾਣਾ ਬੀਬੀ ਦੇ ਬਾੜੇ ਵਿੱਚ ਹੀ ਕੀਤਾ। ਨਗਰ ਨੀਵੇਂ ਥਾਂ ਹੋਣ ਕਾਰਨ ਹਰ ਵਾਰੀ ਹੜ੍ਹਾਂ ਦੀ ਮਾਰ ਵਿੱਚ ਆ ਜਾਂਦਾ ਸੀ। ਮਹਾਰਾਜ ਨੇ ਆਪੋ ਅਗਵਾਈ ਕਰਕੇ ਪਿੰਡ ਗਿਰਦ ਬੰਨ੍ਹ ਲਗਵਾਇਆ, ਨਦੀ ਦਾ ਵੱਗ ਮੋੜਿਆ ਅਤੇ ਭਰਤ ਪਵਾ ਕੇ ਮਕਾਨਾਂ ਦੀ ਕੁਰਸੀ ਉੱਚੀ ਕੀਤੀ। ਆਨੰਦਪੁਰ ਥਾਣਾ ਬਸੀ ਵਿੱਚ ਹੈ। ਆਨੰਦਪੁਰ ਪਿੰਡ ਲਾਗੇ ਹੀ ਪਿੰਡ ਕਲੋੜ ਹੋਣ ਕਾਰਨ ਆਨੰਦਪੁਰੀ ਕਲੋੜ ਵੀ ਕਹਿੰਦੇ ਹਨ। ਉੱਥੋਂ ਰੈਲੋ ਅਤੇ ਫਿਰ ਬਹੇੜ ਆਏ। ਬਹੇੜ ਵੀ ਹੜ੍ਹ ਦੀ ਮਾਰ ਤੋਂ ਬਚਾਇਆ, ਵਹਿਮਾਂ ਤੋਂ ਉਤਾਂਹ ਕੀਤਾ ਅਤੇ ਪ੍ਰੇਤਾਂ ਤੋਂ ਮੁਕਤ ਕੀਤਾ। ਬਹੇੜ ਤੋਂ ਬਸੀ ਪਠਾਣਾਂ ਦੀਆਂ ਸੰਗਤਾਂ ਨੂੰ ਦੀਦਾਰ ਦਿੰਦੇ ਮਕਾਰਪੁਰ ਆਏ। ਮਕਾਰਪੁਰ ਮਾਈ ਮਾੜੀ ਨੇ ਸਾਰੀ ਸੰਗਤ ਦੀ ਹੱਥੀਂ ਲੰਗਰ ਪਕਾ ਕੇ ਸੇਵਾ ਕੀਤੀ। ਜਦ ਮਾਈ ਨੇ ਪੁੱਤਰ ਦੀ ਦਾਤ ਮੰਗੀ ਤਾਂ ਆਪ ਜੀ ਨੇ ਕਿਹਾ, ਨੇਕ ਕਮਾਈ ਨਾਲ ਆਏ ਗਏ ਦੀ ਸੇਵਾ ਇਵੇਂ ਹੀ ਕਰਦੀ ਰਹੀ, ਕਿਸੇ ਨੂੰ ਮਾੜਾ ਵਚਨ ਨਾ ਬੋਲੀ, ਵਾਹਿਗੁਰੂ ਪੁੱਤਰ ਦੀ ਦਾਤ ਦੇਵੇਗਾ। ਮਹਾਰਾਜ ਦੀ ਸ਼ਖਸੀਅਤ ਤੇ ਇੱਕ ਹੋਰ ਸਿੱਖ ਭਾਈ ਰੂਪ ਚੰਦ ਦਾ ਇਤਨਾ ਪ੍ਰਭਾਵ ਹੋਇਆ ਕਿ ਉਸਨੇ 700 ਬਿੱਗੇ ਭੋਏ ਗੁਰੂ ਜੀ ਦੇ ਨਾਂ ਲਗਵਾ ਦਿੱਤੀ। ਇੱਥੋਂ ਦੇ ਨਗਰ ਵਾਸੀਆਂ ਦੀ ਅਨੰਨ ਸੇਵਾ ਭਗਤੀ ਦੇਖ ਗੁਰੂ ਜੀ 7 ਦਿਨ ਇਸ ਨਗਰ ਵਿੱਚ ਰਹੇ। ਇਸੇ ਪਿੰਡ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵੇਲੇ 7 ਦਿਨ ਰਹੇ ਸਨ। ਮਕਾਰਪੁਰ ਤੋਂ ਦਾਦੂ ਮਾਜਰੇ ਪਗੜਾਣਾ ਪੁੱਜੇ। ਗੁਰਦੁਆਰਾ ਸਾਂਝੀ ਹੱਦ ਤੇ ਹੈ। ਭਾਈ ਅਮਰੂ ਬਹਿਰੇ ਨਾਂ ਦੇ ਸਿੱਧ ਨੇ ਬੜੀ ਸੇਵਾ ਕੀਤੀ। ਭਾਈ ਦਿਆਲਾ ਜੁਲਾਹਾ ਤਾਂ ਇਤਨਾ ਸ਼ਰਧਾਲੂ ਹੋਇਆ ਕਿ ਆਪਣੇ ਬੇਟੇ ਭਾਈ ਮਦਨ ਸਿੰਘ ਅਤੇ ਨਾਰਾ ਸਿੰਘ ਨੂੰ ਸੋਹਦਤ ਦਾ ਬਿਰਤਾਂਤ ਸੁਣ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਸੇਵਾ ਲਈ ਛੱਡ ਆਇਆ। ਇਸ ਤੋਂ ਅਗਲਾ ਪੜਾਅ ਉਗਾਨ ਸਰਾਏ ਕੀਤਾ। ਫਿਰ 9 ਲੱਖਾ ਪੁੱਜੇ। ਉੱਥੇ ਲੱਖੀ ਨਾਂ ਦੇ ਇੱਕ ਵਣਜਾਰੇ ਨੇ 9 ਮਨਸੂਰੀ ਟੱਕੇ ਗੁਰੂ ਜੀ ਨੂੰ ਭੇਂਟ ਕੀਤੇ। ਗੁਰੂ ਜੀ ਨੇ ਬਖਸ਼ਿਸ਼ਾਂ ਕਰਦੇ ਫਰਮਾਇਆ ਕਿ ਸ਼ਰਧਾ ਨਾਲ ਭੇਂਟ ਕੀਤੇ ਹਨ 9 ਲੱਖ ਮੋਹਰਾਂ ਤੁੱਲ ਹਨ। ਪਿੰਡ ਦਾ ਨਾਂ ਹੀ 9 ਲੱਖਾਂ ਪੈ ਗਿਆ। 9 ਲੱਖੇ ਤੋਂ ਆਕੜ ਪੁੱਜੇ। ਆਕੜ ਵਿਖੇ ਜਿਸ ਟਾਹਣੇ ਤੋਂ ਗੁਰੂ ਜੀ ਨੇ ਟਾਹਣੀ ਤੋੜ ਦਾਤਨ ਕੀਤੀ ਸੀ, ਉਹ ਸ਼ਾਂਖ ਤਾਂ ਮਿੱਟੀ ਹੈ ਪਰ ਬਾਕੀ ਸਾਰੀਆਂ ਟਾਹਣੀਆਂ ਕੌੜੀਆਂ ਹਨ। ਇੱਥੇ ਤਰਖਾਣ ਨੇ ਬੜੀ ਸੇਵਾ ਕੀਤੀ। ਬਾਕੀ ਪਿੰਡ ਦੇ ਲੋਕੀ ਆਕੜ ਤੇ ਬੈਠੇ ਰਹੇ। ਆਕੜ ਤੋਂ ਗੁਰੂ ਜੀ ਟਹਿਲਪੁਰਾ ਪੁੱਜੇ। ਟਹਿਲਪੁਰਾ ਪਟਿਆਲਾ ਰਾਜਪੁਰਾ ਰੋਡ ਤੋਂ ਦੌਣ ਕਲਾਂ
ਵੱਲੋਂ ਹੋ ਕੇ ਜਾਈਦਾ ਹੈ। ਆਪ ਜੀ ਨੇ ਡੇਰਾ ਇੱਕ ਪਿੱਪਲ ਹੇਠਾਂ ਕੀਤਾ ਜੋ ਹੁਣ ਤੱਕ ਕਾਇਮ ਹੈ। ਪਿੱਪਲ ਨੂੰ ਜੋ ਫਲ ਲੱਗਦਾ ਹੈ ਉਹ ਪਤਾਸਿਆਂ ਜਿਹਾ ਹੈ ਅਤੇ ਖਾਣ ਨੂੰ ਮਿੱਠਾ ਹੈ। ਟਹਿਲਪੁਰਾ ਤੋਂ ਗੁਰੂ ਜੀ ਸੈਫਾਬਾਦ ਸੈਫ ਖਾਨ ਆਪੂ ਲੈਣ ਆਇਆ। ਨਵਾਬ ਸੈਫ ਅਲੀ ਖਾਨ ਸ਼ਾਹਜਹਾਂ ਦਾ ਸਾਡੂ ਸੀ ਅਤੇ ਤਰਬੀਅਤ ਖਾਨ ਦਾ ਪੁੱਤਰ ਸੀ। ਇਹ ਖੁੱਲ੍ਹ ਖਿਆਲੀਆ ਸੀ, ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਅਤੇ ਹੁਣ ਇਸ ਨੂੰ ਔਰੰਗਜ਼ੇਬ ਨੇ ਗੁਜ਼ਾਰੇ ਲਈ 12 ਪਿੰਡਾਂ ਦਾ ਖੁਸ਼ਕ ਜਿਹਾ ਇਲਾਕਾ ਦੇ ਦਿੱਤਾ ਸੀ। ਇਹ ਇੱਕ ਪ੍ਰਕਾਰ ਦਾ ਦੇਸ਼ ਨਿਕਾਲਾ ਹੀ ਸੀ, ਪਰ ਇਸ ਖੁਦਾ ਪ੍ਰਸਤ ਦੀ ਮਿਹਨਤ ਸਦਕਾ ਇਲਾਕੇ ਵਿੱਚ ਰੌਣਕਾਂ ਲੱਗ ਗਈਆਂ। ਪੀਰ ਭੀਖਣ ਸ਼ਾਹ ਅਤੇ ਠਸਕਾ ਮੀਰ ਦੇ ਸੰਪਰਕ ਵਿੱਚ ਆਉਣ ਨਾਲ ਇਹਨਾਂ ਦੀ ਇੱਕ ਜਮਾਤ ਹੀ ਬਣ ਗਈ ਸੀ। ਮੂਸਾ ਰੋਪੜੀ ਨੇ ਸੈਫ ਖਾਨ ਨੂੰ ਗੁਰੂ ਤੇਗ ਬਹਾਦਰ ਜੀ ਦੀ ਅਜ਼ਮਤ ਦੱਸੀ ਅਤੇ ਜਦ ਸੈਫ ਖਾਨ ਨੇ ਗੁਰੂ ਤੇਗ ਬਹਾਦਰ ਜੀ ਦਾ ਆਉਣਾ ਸੁਣਿਆ ਤਾਂ ਆਪੂ ਅੱਗੋਂ ਲੈਣ ਆਇਆ। ਗੁਰੂ ਜੀ ਨੇ ਉਸ ਬਾਗ ਵਿੱਚ ਡੇਰਾ ਕੀਤਾ ਸੀ ਜਿਸ ਬਾਗ ਬਾਰੇ ਲਿਖਿਆ ਹੈ ਕਿ ਉਹ ਪੰਜਵਟੀ ਸਮਾਨ ਸਥਾਨ ਸੀ। ਸੈਫ ਖਾਨ ਬਾਰੇ ਸਾਖੀ ਪੋਥੀ ਵਿੱਚ ਲਿਖਦਾ ਹੈ ਕਿ ਸੈਫ ਖਾਨ ਨੇਕ ਮਰਦ ਹੈ ਸੀ, ਦਿਲ ਦਾ ਸਾਫ਼ ਹੈ ਸੀ। ਸੈਫ ਖਾਨ ਅਕਸਰ ਕਿਹਾ ਕਰਦੇ ਸਨ ਕਿ ਚਰਚਾ ਵਿੱਚ ਖਿਝਣਾ ਅਤੇ ਦੂਜੇ ਨੂੰ ਚੋਟਾਂ ਨਹੀਂ ਮਾਰਨੀਆਂ ਚਾਹੀਦੀਆਂ। ਜੇ ਸਮਝਦੇ ਹੋ ਕਿ ਅਗਲਾ ਠੀਕ ਕਹਿ ਰਿਹਾ ਹੈ ਤਾਂ ਉਸ ਦੀ ਗੱਲ ਮੰਨ ਲਵੋ। ਜੇ ਉਸ ਨੂੰ ਗਲਤ ਸਮਝਦੇ ਹੋ ਤਾਂ 1 ਜਾਂ 2 ਵਾਰੀ ਸਮਝਾਓ ਅਤੇ ਜੇ ਉਹ ਫਿਰ ਵੀ ਨਾ ਮੰਨੇ ਤਾਂ ਇਹ ਆਖੋ ਕਿ ਜੋ ਉਹ ਕਹਿ ਰਿਹਾ ਹੈ ਸ਼ਾਇਦ ਉਹ ਠੀਕ ਹੀ ਹੋਵੇ। ਸੈਫ ਖਾਨ ਬੇਨਤੀ ਕਰ ਆਪਣੇ ਮਹਿਲਾਂ ਵਿੱਚ ਲੈ ਗਿਆ ਅਤੇ ਕਿਹਾ, ਅੱਜ ਮੇਰਾ ਜਨਮ ਸਫਲ ਹੋਇਆ ਹੈ, ਲੰਗਰ ਲਈ ਰਸਦ ਭੇਜੀ। ਮਹਿਲਾਂ ਵਿੱਚ ਲੈ ਜਾਣ ਵੇਲੇ ਇੰਨਾ ਆਦਰ ਦਿੱਤਾ ਕਿ ਗੁਰੂ ਜੀ ਨੂੰ ਘੋੜੇ ਤੋਂ ਉਤਰਨ ਨਾ ਦਿੱਤਾ ਅਤੇ ਰਕਾਬ ਆਪੂ ਪਕੜ ਲਈ। ਪੈਦਲ ਹੀ ਨਾਲ ਚੱਲਦਾ ਰਿਹਾ। ਮਾਤਾ ਨਾਨਕੀ ਜੀ ਨੂੰ ਡੋਲੇ ਵਿੱਚ ਹੀ ਬਿਠਾ ਮਹਿਲੀ ਲੈ ਗਿਆ। ਉਸ ਦੀ ਬੇਗਮ ਨੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਿਆ। ਗਹਿਣੇ ਅਤੇ ਬਸਤਰ ਵੀ ਬੇਗਮ ਨੇ ਭੇਂਟ ਕੀਤੇ। ਗੁਰੂ ਜੀ ਨੇ ਕਿਲ੍ਹੇ ਅੰਦਰ ਜਾਂਦਿਆਂ ਇੱਕ ਪਾਸੇ ਮਸੀਤ ਅਤੇ ਦੂਜੇ ਪਾਸੇ ਗੁਰਦੁਆਰਾ ਦੇਖ ਸੁਭਾਵਿਕ ਪੁੱਛਿਆ ਕਿ ਇਹ ਗੁਰਦੁਆਰਾ ਕਿਉਂ ਬਣਾਇਆ ਹੈ। ਨਵਾਬ ਨੇ ਦੱਸਿਆ ਕਿ ਆਪ ਜੀ ਦੇ ਟਿਕਾਣੇ ਵਾਸਤੇ। ਤਾਂ ਗੁਰੂ ਜੀ ਨੇ ਕਿਹਾ, ਨਵਾਬ ਜੀ, ਮਸੀਤ ਦੇ ਹੁੰਦਿਆਂ ਗੁਰਦੁਆਰੇ ਦੀ ਕੀ ਲੋੜ ਸੀ, ਅਸੀਂ ਉੱਥੇ ਹੀ ਟਿਕਾਣਾ ਕਰ ਲੈਣਾ ਸੀ। ਐਸੇ ਸਨ ਸਮ ਦ੍ਰਿਸ਼ਟੀ 9ਵੇਂ ਪਾਤਸ਼ਾਹ। ਗੁਰੂ ਜੀ ਨੇ ਫਿਰ ਪੁੱਛਿਆ ਕਿ ਮਹਿਲਾਂ ਨੂੰ ਕਿਲ੍ਹਾਨੁਮਾ ਕਿਉਂ ਬਣਵਾਇਆ ਹੈ ਤਾਂ ਸੈਫ ਖਾਨ ਨੇ ਦੱਸਿਆ, ਜਿੱਥੇ ਘਰ ਹੈ ਉਸ ਥਾਂ ਤੇ ਉਸ ਕੀ ਡਿੱਠਾ ਕਿ ਇੱਕ ਭੇਡ ਪ੍ਰਸੂਤੀ, ਤਿਸ ਨੂੰ 2 ਬਘਿਆੜ ਪਏ ਮਾਰਨ, ਤਿਸ ਮਾਰ ਨਾ ਖਾਧੀ। ਬਘਿਆੜ ਹਾਰ ਗਏ ਅਤੇ ਭੱਜ ਗਏ। ਮੈਂ ਇਸ ਕਰਕੇ ਘਰ ਇੱਥੇ ਕਿਲ੍ਹੇ ਵਾਂਗ ਬਣਵਾਇਆ ਕਿ ਇਹ ਜਗ੍ਹਾ ਅਜਿੱਤ ਹੈ। ਸ਼ਰਧਾ ਵਜੋਂ ਉਸ ਨੇ ਲੰਗਰ ਲਈ ਹੋਰ ਭਾਂਡੇ, ਤੰਬੂ, ਸ਼ੌਲਦਾਰੀਆਂ ਅਤੇ ਊਂਠ ਭੇਂਟ ਕੀਤੇ। ਗੁਰੂ ਪਾਤਸ਼ਾਹ ਦੀ ਸਵਾਰੀ ਲਈ ਵਧੀਆ ਘੋੜਾ ਭੇਟਾ ਕੀਤਾ। ਮਾਤਾ ਜੀ ਦੀ ਸਵਾਰੀ ਲਈ ਰੱਥ। ਜਦ ਉਸ ਉਪਦੇਸ਼ ਦੀ ਮੰਗ ਕੀਤੀ ਤਾਂ ਆਪ ਜੀ ਨੇ ਕਿਹਾ, ਅੱਲਾ ਨੂੰ ਸਦਾ ਯਾਦ ਰੱਖਣਾ, ਫਕੀਰ ਦੀ ਸੇਵਾ ਬੰਦਗੀ ਕਰਨੀ, ਮਨ ਨੀਵਾਂ ਰੱਖਣਾ, ਤੁਸਾਂ ਨੂੰ ਸਦਾ ਆਨੰਦ ਰਹੇਗਾ। 9 ਦਿਨ ਗੁਰੂ ਪਾਤਸ਼ਾਹ ਉੱਥੇ ਟਿਕੇ ਸਨ। ਉਸ ਨੇ ਟੁਰਨ ਵੇਲੇ ਹੱਥ ਜੋੜ ਬੇਨਤੀ ਕੀਤੀ ਸੀ, ਗਰੀਬ ਨਿਵਾਜ ਜੀ, ਫਿਰ ਦਰਸ਼ਨ ਦੇਣਾ। ਇੰਨੀ ਗੂੜੀ ਮਿੱਤਰਤਾ ਹੋ ਗਈ ਸੀ ਕਿ ਜਿੱਥੇ ਵੀ ਗੁਰੂ ਜੀ ਪੁਰਬ ਨੂੰ ਗਏ ਸੈਫ ਖਾਨ ਨੂੰ ਯਾਦ ਕਰਦੇ ਰਹੇ। ਜਿੱਥੇ ਵੀ ਚੰਗੀ ਸੋਹਣੀ ਵਸਤ ਸੁਗਾਤ ਡਿੱਠੀ, ਉਚੇਚਾ ਸਿੱਖ ਹੱਥ ਭੇਜਦੇ। ਇਸ ਹੁਕਮਨਾਮੇ ਵਿੱਚ ਜੋ ਉਹਨਾਂ ਮੰਗੇਰ ਦੀ ਸੰਗਤ ਦੇ ਨਾਮ, ਭਾਈ ਦਿਆਲਦਾਸ, ਭਾਈ ਰਾਮ ਰਾਏ ਅਤੇ ਹੋਰ ਸਿੱਖਾਂ ਦੇ ਨਾਮ ਲਿਖਿਆ, ਉਸ ਵਿੱਚ ਉਚੇਚਾ ਇਹ ਲਿਖਿਆ ਹੈ, 5 ਖਾਸੇ ਬਾਸਨ ਮੀਨਾਪੁਰ ਕਿਆ ਕੇ, ਸੁਰਾਹੀ ਪਿਆਲੇ ਹੱਛੇ ਕਹਾਰਾਂ ਨੂੰ ਦੇ ਕੇ ਦਿੱਲੀ ਭਾਈ ਕਲਿਆਣ ਦੀ ਧਰਮਸ਼ਾਲ ਪਹੁੰਚਾਵਣੇ। ਨਵਾਬ ਸੈਫ ਖਾਨ ਨੂੰ ਦੇਣੇ ਹਨ, ਹੱਛੇ ਬਾਸਨ ਭੇਜਣੇ। ਕਈ ਮੁਲਾਕਾਤਾਂ ਪਿੱਛੋਂ ਵੀ ਹੁੰਦੀਆਂ ਰਹੀਆਂ। ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇਣ ਲਈ ਦਿੱਲੀ ਜਾ ਰਹੇ ਸਨ ਤਾਂ ਇਸ ਨੇ ਮਹਾਰਾਜ ਨੂੰ ਕੁਝ ਚਿਰ ਆਪਣੇ ਪਾਸ ਟਿਕਾਈ ਵੀ ਰੱਖਿਆ ਕਿ ਔਰੰਗਜ਼ੇਬ ਦੇ ਹਸਨ ਅਬਦਾਲ ਤੋਂ ਮੁੜਨ ਤੇ ਹੀ ਦਿੱਲੀ ਜਾਣਾ। ਉਸ ਇਹ ਵੀ ਕਿਹਾ ਕਿ ਉਹ ਅਤੇ ਹੋਰ ਜਣੇ ਔਰੰਗਜ਼ੇਬ ਨੂੰ ਸਮਝਾਉਣਗੇ, ਪਰ ਔਰੰਗਜ਼ੇਬ ਤਅੱਸਬ ਦੀ ਅੱਗ ਵਿੱਚ ਸੜ ਰਿਹਾ ਸੀ। ਮਹਾਰਾਜ ਦੀ ਸ਼ਹਾਦਤ ਦਾ ਸੁਣ ਕੇ ਉਸ ਨੇ 40 ਦਿਨ ਮਾਤਮੀ ਲਿਬਾਸ ਪਾਈ ਰੱਖਿਆ ਸੀ, ਕਾਲੇ ਕੱਪੜੇ ਪਾਈ ਰੱਖੇ ਸਨ। ਉੱਥੇ ਜਿੱਥੇ ਗੁਰੂ ਜੀ ਨੇ ਆਉਂਦੇ ਬਾਹਰਵਾਰ ਟਿਕਾਣਾ ਕੀਤਾ, ਹੁਣ ਗੁਰਦੁਆਰਾ ਬਹਾਦਰਗੜ੍ਹ ਬਣਿਆ ਹੋਇਆ ਹੈ। ਸੈਫਾਬਾਦ ਤੋਂ ਆਪ ਜੀ ਲਹਿਲ ਪਿੰਡ ਆਏ। ਉੱਥੋਂ ਦੀ ਇੱਕ ਮਾਈ, ਜਿਸ ਦਾ ਨਾਂ ਕਰਮੋਦਈ ਕਰਕੇ ਲਿਖਿਆ ਹੈ, ਚੀਚਕ ਤੋਂ ਦੁਖੀ ਗੁਰੂ ਦਰਸ਼ਨਾਂ ਨੂੰ ਆਈ। ਪਿੰਡ ਉੱਤੇ ਚੀਚਕ ਦਾ ਡਾਢਾ ਹਮਲਾ ਹੋਇਆ ਸੀ। ਮਹਾਰਾਜ ਨੇ ਬਖਸ਼ਿਸ਼ ਕੀਤੀ ਅਤੇ ਮਾਈ ਦਾ ਰੋਗ ਕੱਟਿਆ ਗਿਆ। ਉਸ ਚਰਨ ਧੂੜ ਲੈ ਛਪੜੀ ਵਿੱਚ ਇਸ਼ਨਾਨ ਕੀਤਾ। ਸਾਰੇ ਪਿੰਡ ਨੇ ਵੀ
ਚਰਨ ਪਰਸੇ ਅਤੇ ਰੋਗਾਂ ਤੋਂ ਖਲਾਸੀ ਪਾਈ। ਉੱਥੇ ਹੀ ਪਿੱਛੋਂ ਗੁਰਦੁਆਰਾ ਦੁੱਖ ਨਿਵਾਰਨ ਬਣਿਆ। ਉੱਥੇ ਮੋਤੀ ਬਾਗ ਵਾਲੀ ਥਾਂ ਵੀ ਚਰਨ ਪਾਏ, ਜਿੱਥੇ ਉਹਨਾਂ ਦੀ ਯਾਦ ਵਿੱਚ ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਦੁੱਖ ਨਿਵਾਰਨ ਬਣਵਾਇਆ। ਇੰਜ ਪ੍ਰਤੀਤ ਹੁੰਦਾ ਹੈ ਕਿ ਜਦ ਗੁਰੂ ਤੇਗ ਬਹਾਦਰ ਜੀ ਕੁਝ ਦਿਨ ਸੈਫਾਬਾਦ ਟਿਕੇ ਸਨ ਤਾਂ ਲਾਗਲੇ ਪਿੰਡਾਂ ਵਿੱਚ ਸੰਗਤਾਂ ਦੀਆਂ ਪ੍ਰੇਮ ਖਿੱਚਾਂ ਕਾਰਨ ਪੁੱਜ ਕੇ ਦਰਸ਼ਨ ਦਿੰਦੇ ਰਹੇ। ਪਟਿਆਲੇ ਦੇ ਗਿਰਦ ਕਿੰਨੇ ਹੀ ਐਸੇ ਅਸਥਾਨ ਹਨ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੀ ਪਾਵਨ ਛੋਹ ਪ੍ਰਾਪਤ ਹੈ। ਜਿੱਥੇ ਅੱਜ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੈ, ਉਹ ਅਸਥਾਨ ਵੀ ਗੁਰੂ ਜੀ ਦੇ ਚਰਨਾਂ ਨਾਲ ਪਾਵਨ ਹੋਇਆ ਹੈ। ਮਗਰ ਸਾਹਿਬ, ਬੀਬੀ ਪੁਰਲੰਮਾ, ਸਿੰਪੜ ਰੋਹਟਾ, ਜੰਗ ਮੰਗੋਲੀ, ਬੁੱਧਪੁਰ, ਮਹਿਮੂਦਪੁਰ ਜੱਟਾਂ, ਰਾਏਪੁਰ, ਸ਼ੀਲ, ਸ਼ੇਖਪੁਰਾ, ਕਬੂਲਪੁਰਾ ਥਾਵਾਂ ਤੇ ਗੁਰੂ ਤੇਗ ਬਹਾਦਰ ਜੀ ਇਸੇ ਦੌਰੇ ਵਿਚਰੇ ਸਨ ਅਤੇ ਨਾਮ ਦੇ ਛੱਟੇ ਮਾਰੇ ਸਨ। ਲਹਿਲ ਤੋਂ ਅਲੋ ਰੱਖ ਬਖਸ਼ਿਸ਼ਾਂ ਕਰਦੇ, ਗਾਗਾ ਤੋਂ ਸਮਾਣਾ ਪੁੱਜੇ। ਸਮਾਣਾ ਬਰੀਕ ਬਸਤਰਾਂ ਦੇ ਬੁਣਨ ਕਾਰਨ ਪ੍ਰਸਿੱਧ ਸੀ। ਸਮਾਣਾ ਦਾ ਪਹਿਲਾ ਨਾਂ ਨਿਰੰਜਨ ਖੇੜਾ ਸੀ। ਜਦ ਈਰਾਨ ਤੋਂ ਸਮਾਣਵੀ ਘਰਾਣੇ ਦੇ ਕੁਝ ਲੋਕ ਇੱਥੇ ਆ ਵਸੇ ਤਾਂ ਇਸ ਦਾ ਨਾਂ ਸਮਾਣਾ ਹੋਇਆ। ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਏ ਸਨ। ਆਪ ਜੀ ਨੇ ਟਿਕਾਣਾ ਸਮਾਣੇ ਦੀ ਹੱਦ ਤੋਂ ਬਾਹਰ ਰੱਖਿਆ, ਜੋ ਗੋਰਖਨਾਥ ਜੋਗੀਆਂ ਦਾ ਟਿਕਾਣਾ ਸੀ। ਉੱਥੇ ਖੜੇ ਖੜੇ ਹੀ ਜਲ ਛਕਿਆ, ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ। ਇੱਥੇ ਸੰਗਤਾਂ ਦਰਸ਼ਨਾਂ ਨੂੰ ਆਈਆਂ। ਉਹ ਬੈਰਾਗੀਆਂ ਦੀ ਥਾਂ ਸੀ ਜਿੱਥੇ ਹੁਣ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ। ਇਹ ਵੀ ਯਾਦ ਰਹੇ ਕਿ ਜਿਸ ਜਲਾਲਉੱਦੀਨ ਨੇ ਮਹਾਰਾਜ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ, ਉਹ ਇਸੇ ਸਮਾਣੇ ਦਾ ਰਹਿਣ ਵਾਲਾ ਸੀ। ਅਤੇ ਫਿਰ ਪਿੱਛੋਂ ਜਿਨ੍ਹਾਂ ਜਲਾਦਾਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਿਆ, ਉਹ ਵਿਸ਼ਾਲ ਬੇਗ ਅਤੇ ਮਿਸ਼ਾਲ ਬੇਗ ਵੀ ਇਸੇ ਨਗਰ ਦੇ ਵਾਸੀ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸੀਸ ਤੇ ਤੱਤਾ ਰੇਤਾ ਪਾਉਣ ਵਾਲਾ ਜਲਾਦ ਨੂਰਉੱਦੀਨ ਵੀ ਇੱਥੋਂ ਦਾ ਹੀ ਸੀ। ਇਸੇ ਲਈ ਬਾਬਾ ਬੰਦਾ ਸਿੰਘ ਜੀ ਨੇ ਜਦ ਸਰਹੰਦ ਤੇ ਹੱਲਾ ਬੋਲਿਆ ਤਾਂ ਪਹਿਲਾਂ ਇਸ ਨਗਰ ਤੇ ਹੱਲਾ ਕੀਤਾ, ਜਿਸ ਨੇ ਐਸੇ ਬੇਕਿਰਕ ਜਲਾਦ ਪੈਦਾ ਕੀਤੇ ਸਨ। ਸਮਾਣਾ ਤੋਂ ਆਪ ਜੀ ਭਵਾਨੀਗੜ੍ਹ ਗਏ ਅਤੇ ਜੂਹ ਵਿੱਚ ਡੇਰਾ ਲਾਇਆ। ਉੱਥੋਂ ਹੀ ਪਿੱਛੋਂ ਫੱਗੂ ਵਾਲਾ ਪਿੰਡ ਵਸਿਆ। ਉੱਥੇ ਢੱਗਿਆਂ ਦੇ ਇੱਕ ਬ੍ਰਾਹਮਣ ਨੇ ਸ਼ਰਨ ਲਈ ਅਤੇ ਉਪਦੇਸ਼ ਮਨ ਸਿੱਖ ਹੋਇਆ। ਉੱਥੋਂ ਘਰਾਚੋ ਦੀ ਸੰਗਤ ਦਰਸ਼ਨਾਂ ਨੂੰ ਆਈ ਅਤੇ ਬੇਨਤੀ ਕੀਤੀ ਕਿ ਸੁਲਤਾਨੀਏ ਸੰਗਤ ਨੂੰ ਕੀਰਤਨ ਨਹੀਂ ਕਰਨ ਦਿੰਦੇ। ਆਪ ਜੀ ਉੱਥੋਂ ਘਰਾਚੋ ਗਏ ਅਤੇ ਦੀਵਾਨ ਲਗਾਇਆ, ਨਿਸ਼ਾਨ ਸਾਹਿਬ ਗੱਡਿਆ। ਉੱਥੋਂ ਮੰਗਵਾਲ ਪੁੱਜੇ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਚਰਨ ਪੈ ਚੁੱਕੇ ਸਨ। ਉੱਥੇ ਰਾਤ ਕੱਟ ਆਪ ਜੀ ਅਕੋਈ ਪਿੰਡ ਤੋਂ ਹੁੰਦੇ ਕਾਂਜਲੇ ਪੁੱਜੇ। ਕਾਂਜਲੇ ਦੇ ਵਸਨੀਕਾਂ ਨੂੰ ਚਿਰਾਂ ਤੋਂ ਕੋਹੜ ਦੇ ਨਾਮੁਰਾਦ ਰੋਗ ਨੇ ਗ੍ਰਸਿਆ ਹੋਇਆ ਸੀ। ਨਗਰ ਨੇ ਦਿਨ ਰਾਤ ਚਿੱਤ ਲਗਾ ਕੇ ਸੇਵਾ ਕੀਤੀ, ਲੰਗਰ ਚਲਾਏ। ਮਹਾਰਾਜ ਨੇ ਬਖਸ਼ਿਸ਼ ਕਰਦੇ ਫਰਮਾਇਆ ਕਿ ਹੁਣ ਨਗਰ ਵਿੱਚ ਕੋਈ ਕੋੜੀ ਨਹੀਂ ਹੋਣ ਲੱਗਾ। ਨਾਮ ਵਿੱਚ ਲੱਗੇ ਰਹਿਣਾ, ਸੇਵਾ ਕਰਨੀ, ਕੀਰਤਨ ਸੁਣਨਾ, ਬਾਣੀ ਨਾ ਵਿਸਾਰਨੀ। ਕੋਹੜ ਤਦੇ ਆਉਂਦਾ ਹੈ ਜਦ ਸੇਵਾ ਸਿਮਰਨ ਵੱਲੋਂ ਧਿਆਨ ਖੁੰਝ ਜਾਂਦਾ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਗੁਰੂ ਅਰਜਨ ਦੇਵ ਜੀ ਦਾ ਹੀ ਫਰਮਾਨ ਹੈ। ਉੱਥੋਂ ਗੁਣਕੇ ਅਤੇ ਰਾਜੋ ਮਾਜਰਾ ਹੁੰਦੇ ਆਪ ਜੀ ਮੂਲਵਾਲ ਪੁੱਜੇ। ਮੂਲੋਵਾਲ ਪੂਜਣ ਦਾ ਸਮਾਂ ਦੁਪਹਿਰ ਦਾ ਲਿਖਿਆ ਹੈ। ਸਾਰਾ ਨਗਰ ਹੀ ਦਰਸ਼ਨਾਂ ਨੂੰ ਆਇਆ। ਪਿੰਡ ਦੇ ਪੈਂਚ, ਮਾਈਆਂ ਅਤੇ ਭਾਈ ਗੋਂਦਾ ਨੇ ਅੱਗੇ ਲੱਗ ਸੇਵਾ ਕੀਤੀ। ਰਸਦ ਲੈ ਕੇ ਆਏ ਅਤੇ ਹੱਥੀਂ ਲੰਗਰ ਪਕਾ ਕੇ ਖੁਸ਼ੀਆਂ ਲਈਆਂ। ਮਹਾਰਾਜ ਨੇ ਸੰਗਤਾਂ ਨੂੰ ਨੇੜੇ ਦਿਸਦੇ ਖੂਹ ਤੋਂ ਜਲ ਲਿਆ ਪਿਲਾਉਣ ਦੀ ਆਗਿਆ ਕੀਤੀ ਤਾਂ ਹੱਥ ਜੋੜ ਗੋਂਦਾ ਜੀ ਨੇ ਕਿਹਾ, ਮਹਾਰਾਜ ਉਸ ਖੂਹ ਅਤੇ ਹੋਰ ਪਿੰਡਾਂ ਦੇ ਖੂਹਾਂ ਦਾ ਜਲ ਕੌੜਾ ਅਤੇ ਖਾਰਾ ਹੈ। ਪਾਣੀ ਸਾਰਾ ਪਿੰਡ ਦੂਰੋਂ ਹੀ ਲਿਆਉਂਦਾ ਹੈ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਦੇ ਫਰਮਾਇਆ ਕਿ ਜਲ ਲਿਆਓ ਤਾਂ ਸਹੀ। ਜਦ ਘੜਾ ਭਰ ਕੇ ਉਹ ਲਿਆਏ ਤਾਂ ਮਹਾਰਾਜ ਨੇ ਚੂੜੀ ਭਰ ਕੇ ਅਤੇ ਪੀ ਕੇ ਫਰਮਾਇਆ ਕਿ ਇਸ ਦਾ ਜਲ ਤਾਂ ਮਿੱਠਾ ਅਤੇ ਠੰਡਾ ਹੈ। ਸਭ ਸੰਗਤਾਂ ਨੇ ਰੱਜ ਰੱਜ ਪੀਤਾ। ਗੋਂਦਾ ਨੂੰ ਭਾਈ ਦੀ ਪਦਵੀ ਦਿੱਤੀ, ਆਪਣੇ ਹੱਥੀਂ ਪੱਗ ਬੰਨ੍ਹੀ ਅਤੇ ਸਿੱਖੀ ਦਾਨ ਦਿੱਤਾ। 5 ਦਿਨ ਉੱਥੇ ਟਿਕ ਕੇ ਨਾਮ ਜਲ ਦੇ ਛੱਟੇ ਮਾਰਦੇ ਰਹੇ। ਇੱਕ ਗਰੀਬ ਸਿੱਖ ਭਾਈ ਨਾਨੂ ਨੂੰ ਮੰਜੀ ਬਖਸ਼ੀ। ਮੂਲੋਵਾਲ ਤੋਂ ਗੁਰੂ ਤੇਗ ਬਹਾਦਰ ਜੀ ਸੇਖਾਂ ਪੁੱਜੇ। ਪਿੰਡ ਧੂਰੀ ਬਰਨਾਲਾ ਸੜਕ ਤੇ ਹੈ। ਸੰਗਤਾਂ ਨਾਲ ਹੀ ਸਨ। ਪਿੰਡ ਵਾਲਿਆਂ ਕੋਈ ਉਚੇਚਾ ਧਿਆਨ ਨਾ ਦਿੱਤਾ, ਸਗੋਂ ਪਿੰਡ ਦੇ ਚੌਧਰੀ, ਜਿਸ ਦਾ ਨਾਮ ਮਲੂਕਾ ਕਰਕੇ ਲਿਖਿਆ ਹੈ, ਆਕੜ ਆਕੜ ਚੱਲੇ। ਉਸ ਪਾਸ ਲਾਗਲੇ 23 ਪਿੰਡਾਂ ਦਾ ਚੌਧਰਪੁਣਾ ਵੀ ਸੀ। ਲੰਗਰ ਲਈ ਸਾਰਾ ਸਮਾਨ ਗੁਰੂ ਜੀ ਨੇ ਮੁੱਲ ਲਿਆ। ਜਾਣ ਬੁੱਝ ਕੇ ਚੌਧਰੀ ਗੁਰੂ ਜੀ ਪਾਸੋਂ ਲੰਘੇ ਅਤੇ ਹੰਕਾਰ ਵਿੱਚ ਬੋਲੇ ਵੀ। ਮਹਾਰਾਜ ਨੇ ਬਾਰ-ਬਾਰ ਕੋਲੋਂ ਲੰਘਣ ਅਤੇ ਸਿਰਫ ਇਹ ਤੁਕ ਪੜ੍ਹੀ, ਧੰਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ।
चौधरी मलूका किसी बैरागी का चेला सी। बैरागी ने समझाया कि ऐसे निर्मल मन वाले गुरु अगे हंकार के बचन नहीं बोलने चाहिए। मलूके की होश परती और गुरु जी कोलों माफ़ी मंगी। महाराज ने फरमाया, भई उजड़ोगे तो जरूर, पर सरदारी बनी रहेगी। सारा नगर चरनी लगा। भाई धर्म सिंह जी जो 5 प्यारिਆਂ विचों होए, ਉਹ इसे खानदान ਦੇ सन। ਇਹ 23 ਦੇ 23 ਪਿੰਡ ਗਿਲਜਈਆਂ ਨੇ ਉਜਾੜ ਸੁੱਟੇ ਅਤੇ ਉਹ ਸਭ ਦਿੱਲੀ ਜਾ ਵਸੇ। ਉਹਨਾਂ ਦੇ ਫਿਰ 86 ਪਿੰਡ ਹੋਏ। ਵੱਲਭਗੜ੍ਹ ਦੇ ਉਹ ਰਾਜੇ ਪ੍ਰਸਿੱਧ ਹੋਏ। ਜਵੰਦੇ ਸੇਖਾਂ ਦੇ ਉਜਾੜੇ ਹੋਏ ਕੁਝ ਲੋਕ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਪਿਨਕਲੀ ਵਿੱਚ ਗੁਜਰਾਂ ਨੂੰ ਭਜਾ ਕੇ ਮਾਲਕ ਬਣੇ। ਸਰਦਾਰੀ ਸਭ ਦੀ ਬਣੀ ਰਹੀ। ਇਹ ਵੀ ਕਹਿੰਦੇ ਹਨ ਕਿ ਮਲੂਕੇ ਦੀ ਭੈਣ ਨੇ ਜਦ ਸੁਣਿਆ ਕਿ ਗੁਰੂ ਜੀ ਦਾ ਭਰਾ ਨੇ ਆਦਰ ਨਹੀਂ ਕੀਤਾ ਤਾਂ ਗਰਮ ਦੁੱਧ ਦੀ ਤੌੜੀ ਸਿਰ ਤੇ ਰੱਖ ਕੇ ਗੁਰੂ ਜੀ ਦੇ ਪਿੱਛੇ ਪਿੰਡ ਕਠੂ ਆਈ। ਜਦ ਤੌੜੀ ਉਤਰਵਾਈ ਤਾਂ ਡਿੱਠਾ ਕਿ ਸੇਕ ਨਾਲ ਸਿਰ ਝੁਲਸ ਗਿਆ ਹੈ। ਮਹਾਰਾਜ ਨੇ ਖਿਮਾ ਬਖਸ਼ੀ ਤੇ ਫਰਮਾਇਆ, ਬੀਬੀ ਇੱਥੇ ਪਾਉਣੇ ਬਾਹਰ ਚੋਣੇ। ਜਦ ਪਿੰਡ ਵਾਲਿਆਂ ਕੋਈ ਗੌਰ ਨਹੀਂ ਕੀਤਾ ਸੀ ਤਾਂ ਇੱਕ ਕਿਰਤੀ ਸਿੱਖ ਭਾਈ ਮੁਕੰਦਾ ਜੀ ਨੇ ਬੇਨਤੀ ਕੀਤੀ ਕਿ ਉਸ ਦੇ ਗ੍ਰਹਿ ਚਰਨ ਪਾਉਣ। ਉਸਨੇ ਹੱਥੀਂ ਥੜਾ ਬਣਾਇਆ ਤੇ ਸਿੰਘਾਸਣ ਬਣਾ ਆਰਾਮ ਕਰਨ ਲਈ ਅਰਜ਼ ਗੁਜ਼ਾਰੀ। ਮਹਾਰਾਜ ਨੇ ਉਸ ਕਿਰਤੀ ਸਿੱਖ ਦਾ ਪ੍ਰੇਮ ਦੇਖ ਕੇ ਰਾਤ ਉੱਥੇ ਹੀ ਗੁਜ਼ਾਰੀ। ਉੱਥੇ ਹੁਣ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ। ਸਿੱਖਾਂ ਤੋਂ ਚੱਲ ਕੇ ਗੁਰੂ ਜੀ ਨੇ ਇੱਕ ਜੰਗਲ ਵਿੱਚ ਡੇਰਾ ਕੀਤਾ, ਜਿੱਥੇ ਪਿੱਛੋਂ ਪਿੰਡ ਕਟੂਥ ਵਸਿਆ। ਉੱਥੋਂ ਟੁਰਨ ਹੀ ਲੱਗੇ ਸਨ ਕਿ ਧਿਆਨਾ ਨਾਂ ਦੇ ਜ਼ਿਮੀਂਦਾਰ ਨੇ ਮਹਾਰਾਜ ਦੇ ਘੋੜੇ ਦੀ ਵਾਂਗ ਫੜ ਲਈ ਅਤੇ ਬੇਨਤੀ ਕੀਤੀ ਕਿ ਨਗਰ ਵਿੱਚ ਜ਼ਰੂਰ ਚਰਨ ਪਾਓ। ਬੇਨਤੀ ਮੰਨ ਗੁਰੂ ਜੀ ਪਿੰਡ ਗਏ। ਸਾਰਾ ਪਿੰਡ ਦਰਸ਼ਨਾਂ ਨੂੰ ਆਇਆ। ਜੁੜੀ ਸੰਗਤ ਵਿੱਚ ਹੀ ਭਾਈ ਧਿਆਨਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਏ। ਆਪ ਜੀ ਨੇ ਫਰਮਾਇਆ ਕਿ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਉਹ ਪ੍ਰਭੂ ਹਰ ਇੱਕ ਵਿੱਚ ਸਮਾਇਆ ਹੈ ਅਤੇ ਸੇਵਾ ਸਿਮਰਨ ਦੀ ਬਰਕਤ ਨਾਲ ਪ੍ਰਗਟ ਹੋ ਸਕਦਾ ਹੈ। ਉਹ ਕਿਧਰੇ ਬਾਹਰ ਨਹੀਂ, ਸਿਰਫ ਪ੍ਰਗਟ ਕਰਨਾ ਹੈ। ਜਿਵੇਂ ਫੁੱਲ ਵਿੱਚ ਖੁਸ਼ਬੂ, ਲੱਕੜ ਵਿੱਚ ਅੱਗ ਜਾਂ ਸ਼ੀਸ਼ੇ ਵਿੱਚ ਅਕਸ ਹੈ, ਤਿਵੇਂ ਵਾਹਿਗੁਰੂ ਅੰਦਰ ਹੈ। ਹਿਰਦਾ ਸਵੱਛ ਕਰਨ ਦੀ ਲੋੜ ਹੈ। ਫਿਰ ਧਨਾਸਰੀ ਰਾਗ ਵਿੱਚ ਉਚਾਰਿਆ, ਆਹੇ ਰੇ ਬਣ ਖੋਜਤ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਰਹਾਓ। ਪੁਰਖ ਮਦ ਜਿਉ ਬਾਸ ਬਸਤ ਹੈ, ਮੁਕਰ ਮਹਿ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੈ ਭਾਈ। ਕਟੂ ਤੂੰ ਚੱਲ ਕੇ ਭੈਣੀ ਪੁੱਜੇ ਹੀ ਸਨ ਕਿ ਘੋੜੇ ਨੂੰ ਸੂਲ ਹੋ ਗਿਆ। ਆਪ ਜੀ ਨੇ ਉੱਥੇ ਹੀ ਟਿਕਾਣਾ ਕਰਨਾ ਠੀਕ ਸਮਝਿਆ। ਘੋੜੇ ਦਾ ਇਲਾਜ ਕੀਤਾ। ਰਾਤ ਫਰਵਾਹੀ ਬਿਰਾਜੇ। ਉੱਥੇ ਲੋਕਾਂ ਨੂੰ ਸਿਮਰਨ ਵਿੱਚ ਜੋੜ ਹੰਡਾਇਆ ਪੁੱਜੇ। ਉੱਥੇ ਝਿੜੀ ਲਾਗੇ ਛਪਰੀ ਦੇ ਕੰਢੇ ਡੇਰਾ ਕੀਤਾ। ਪਿੰਡ ਦੇ ਕਿਸੇ ਵਸਨੀਕ ਨੇ ਮਹਾਰਾਜ ਦੇ ਰਥਵਾਨ ਨੂੰ ਬਲਦ ਚਾਰਨ ਕਰਕੇ ਮਾੜਾ ਚੰਗਾ ਕਿਹਾ। ਪਿੰਡ ਅੱਗੇ ਹੀ ਤਪਾਲੀ ਰੋਗ ਨੇ ਗ੍ਰਸਿਆ ਹੋਇਆ ਸੀ। ਤਪਾਲੀ ਨਾਲ ਗਲੇ ਵਿੱਚ ਫੋੜਾ ਹੋ ਕੇ ਗਲਾ ਘੁੱਟ ਜਾਂਦਾ ਸੀ ਅਤੇ ਕਾਂਬਾ ਛਿੜਨ ਲੱਗ ਪੈਂਦਾ ਸੀ ਅਤੇ ਮਰੀਜ਼ ਮਰ ਜਾਂਦਾ ਸੀ। ਜਦ ਲੋਕੀ ਮਹਾਰਾਜ ਪਾਸ ਆਏ ਅਤੇ ਬੇਨਤੀ ਕੀਤੀ ਕਿ ਉਹਨਾਂ ਦਾ ਰੋਗ ਕੱਟੋ ਤਾਂ ਗੁਰੂ ਜੀ ਨੇ ਫਰਮਾਇਆ, ਤੁਸਾਂ ਆਪ ਨੂੰ ਉੱਚਾ ਜਾਣ ਕਿਸੇ ਨੂੰ ਦੁੱਖ ਦਿੱਤਾ ਹੋ ਅਤੇ ਉਹ ਰੋਗ ਹੋ ਤੁਹਾਨੂੰ ਚਿਮੜਿਆ ਹੈ। ਉਹਨਾਂ ਕਿਸੇ ਨੂੰ ਨਾ ਸਤਾਉਣ ਦਾ ਵਚਨ ਕੀਤਾ ਅਤੇ ਮਹਾਰਾਜ ਨੇ ਚਮਾਰਾਂ ਦੀ ਛਪੜੀ ਵਿੱਚ ਇਸ਼ਨਾਨ ਕਰਨ ਲਈ ਕਿਹਾ ਅਤੇ ਬਖਸ਼ਿਸ਼ਾਂ ਕਰਦੇ ਕਿਹਾ, ਐਸੇ ਕਰਨ ਨਾਲ ਦੁੱਖ ਛੱਡ ਜਾਏਗਾ। ਉਹਨਾਂ ਵਿੱਚੋਂ ਕੁਝ ਨੇ ਹੁਣ ਵੀ ਜੱਕੋ ਤੱਕ ਕੀਤਾ, ਪਰ ਜਦ ਇਸ਼ਨਾਨ ਕਰ ਸਾਰੇ ਰਾਜੀ ਹੋਣੇ ਸ਼ੁਰੂ ਹੋਏ ਤਾਂ ਸਭ ਨੇ ਹੰਕਾਰ ਛੱਡ ਇਸ਼ਨਾਨ ਕੀਤਾ। ਹਰ ਇੱਕ ਨਾਲ ਪਿਆਰ ਕਰਨ ਲੱਗੇ। ਉਸੇ ਛਪੜੀ ਨੂੰ ਹੁਣ ਗੁਰੂਸਰ ਕਹਿੰਦੇ ਹਨ। ਹੰਡਾਇਆ ਤੋਂ ਧੌਲਾ ਪਿੰਡ ਵੱਲ ਚੱਲ ਪਏ ਤਾਂ ਇੱਕ ਮਾਈ ਨੇ ਘੋੜੇ ਤੇ ਚੜੇ ਹੋਏ ਹੀ ਗੁਰੂ ਜੀ ਨੂੰ ਦੁੱਧ ਛਕਾਇਆ। ਧੌਲਾ ਪਿੰਡ ਪਾਸ ਲੰਘੇ ਤਾਂ ਘੋੜਾ ਅੜੀ ਕਰ ਬੈਠਾ, ਕਿਉਂਕਿ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਸੀ। ਉੱਥੇ ਹੁਣ ਗੁਰਦੁਆਰਾ ਮਾੜੀਸਰ ਹੈ। ਉਹ ਪਿੰਡ ਵੀ ਦੋਖੀਆਂ ਦਾ ਸੀ ਅਤੇ ਮਹਾਰਾਜ ਨੇ ਵੀ ਵਾਰਾਂ ਮੋੜਨ ਪਿੰਡ ਦੀ ਜੂਹ ਦੀ ਸੋਹੀਵਾਲ ਨਾਮ ਦੀ ਢਾਬ ਤੇ ਕੁਝ ਚਿਰ ਆਰਾਮ ਕੀਤਾ ਅਤੇ ਉੱਥੋਂ ਢਿਲਵਾਂ ਪੁੱਜੇ। ਢਿਲਵਾਂ ਲੰਗਰ ਲਗਾਏ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਉੱਥੋਂ ਭੁੰਦੜ ਪੁੱਜੇ। ਗੁਰਦੁਆਰਾ ਪਿੰਡੋਂ ਬਾਹਰ ਹੈ। ਉਹ ਪਿੰਡ ਸੁਲਤਾਨੀਆਂ ਦਾ ਸੀ ਅਤੇ ਉਸ ਪਿੰਡ ਦੇ ਚੌਧਰੀ ਨੇ ਮਜ਼ਾਕ ਨਾਲ ਘੁਮਿਆਰ ਦੇ ਘਰ ਡੇਰਾ ਕਰਨ ਦਾ ਰਾਹ ਦੱਸਿਆ। ਮਹਾਰਾਜ ਜੀ ਜੋ ਗਰੀਬ ਨਿਵਾਜ ਸਨ ਅਤੇ ਖੇਮਾ ਦੀ ਮੂਰਤ ਵੀ ਸੱਚਮੁੱਚ ਹੀ ਘੁਮਿਆਰਾਂ ਦੀ ਬਸਤੀ ਚਲੇ ਗਏ। ਘੁਮਿਆਰਾਂ ਨੂੰ ਚਾਅ ਚੜ੍ਹ ਗਿਆ ਅਤੇ ਰੱਜ ਕੇ ਸੇਵਾ ਕੀਤੀ। ਇੱਕ ਘੁਮਿਆਰ ਦੇ ਘਰ ਉਚੇਚੇ ਅੰਦਰ ਗਏ ਅਤੇ ਅਭਿਮਾਨੀਆਂ ਦੇ ਮਾਣ ਭੰਗ ਕੀਤੇ। ਉੱਥੋਂ ਤਪਾ ਅਤੇ ਫਿਰ ਰਲੇ ਤੋਂ ਬਾਹਰ ਦੂਰ ਇੱਕ ਥਾਂ ਤੇ ਡੇਰਾ ਕੀਤਾ। ਸੁਲਤਾਨੀਏ ਚੌਧਰੀ ਦਾ ਭਤੀਜਾ ਜੋਗਾ ਆਪੇ ਵਿੱਚ ਮਸਤ ਹੀ ਫਿਰਦਾ ਰਿਹਾ। ਮਹਾਰਾਜ ਨੇ ਸੁਭਾਵਿਕ ਕਿਹਾ, ਜੋਗਾ ਆਪਣੇ ਜੋਗਾ
ਪਿੱਛੋਂ ਪਛਤਾਵੇ ਵਿੱਚ ਆਇਆ ਅਤੇ ਆ ਕੇ ਮੱਥਾ ਟੇਕਿਆ ਅਤੇ ਭੁੱਲਾਂ ਬਖਸ਼ਾਈਆਂ। ਗੁਰੂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਕਿਹਾ ਕਿ ਇਸ ਥਾਂ ਤੇ ਪਿੰਡ ਵਸਾ ਲਵੋ। ਇਹ ਪਿੰਡ ਬਰਕਤ ਵਾਲਾ ਅਤੇ ਅਜਿੱਤ ਹੋਵੇਗਾ। ਉਸਨੇ ਜੋਗਾ ਨਗਰ ਵਸਾਇਆ ਜੋ ਇਲਾਕੇ ਦਾ ਪ੍ਰਸਿੱਧ ਨਗਰ ਹੈ। ਉੱਥੋਂ ਗੁਰੂ ਤੇਗ ਬਹਾਦਰ ਜੀ ਭੋਪਾਲ ਪੁੱਜੇ। ਪਹਿਲਾਂ ਧਿਆਨ ਨਾ ਦਿੱਤਾ ਪਰ ਪਿੱਛੋਂ ਸ਼ਰਮਿੰਦਾ ਹੋਏ ਅਤੇ ਬੀਰਨ ਰਾਮ ਦਸੀਏ ਨੂੰ ਨਸਾਇਆ ਕਿ ਗੁਰੂ ਜੀ ਨੂੰ ਰੋਕ। ਜਿੱਥੇ ਰੁਕੇ ਉੱਥੇ ਹੀ ਭੂੰਦੜ ਦੀ ਸਾਰੀ ਵਸੋਂ ਸਮੇਤ ਚੌਧਰੀ ਦੇ ਦਰਸ਼ਨਾਂ ਲਈ ਆਈ। ਉਹਨਾਂ ਗੁਰੂ ਦੀ ਅਜ਼ਮਤ ਸੁਣੀ ਸੀ, ਪਰ ਜਦ ਰਾਹ ਵਿੱਚ ਕੁਝ ਦਰਸ਼ਨ ਕਰਕੇ ਮੁੜਦੇ ਸਿੱਖਾਂ ਨੇ ਦੱਸਿਆ ਕਿ ਗੁਰੂ ਤਾਂ ਹਰਖ ਸੋਗ ਮਾਣ ਅਪਮਾਨ ਤੋਂ ਉੱਚਾ ਹੈ ਅਤੇ ਲੈਣ ਦੇਣ ਦੀ ਉੱਥੇ ਕੋਈ ਗੱਲ ਨਹੀਂ ਹੈ। ਲੈਣ ਦੇਣ ਕੀ ਬਾਤ ਨਾ ਕੋਏ ਤਾਂ ਭੇਟਾ ਲੈ ਲਿਆਂਦੀਆਂ ਵਸਤੂਆਂ ਆਪ ਖਾ ਲਈਆਂ ਅਤੇ ਰੁਪਏ ਧਰਤੀ ਵਿੱਚ ਦਬਾ ਦਿੱਤੇ। ਮਹਾਰਾਜ ਪਾਸ ਜਦ ਆਏ ਤਾਂ ਉਹਨਾਂ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਉਸ ਧਨ ਦਾ ਕੀ ਲਾਭ ਜੋ ਧਰਤੀ ਹੇਠਾਂ ਹੀ ਦੱਬਿਆ ਰਹਿਣਾ ਹੈ। ਉਹਨਾਂ ਗਾਫਲਾਂ ਨੂੰ ਹੋਸ਼ ਆਈ, ਜੀਵਨ ਜਾਂਚ ਮਿਲੀ। ਭੋਪਾਲ ਤੋਂ ਖੀਵਾ ਵੱਡਾ ਅਤੇ ਸਮਰਾਵਾਂ ਪੁੱਜੇ ਹੀ ਸਨ ਕਿ ਖਬਰ ਪੁੱਜੀ ਕਿ ਕਾਬਲ ਦੀ ਸੰਗਤ ਅਨੰਦਪੁਰ ਤੋਂ ਹੋ ਕੇ ਆ ਰਹੀ ਹੈ। ਸੰਗਤ ਦਾ ਆਉਣਾ ਸੁਣ ਕੇ ਮਹਾਰਾਜ ਜੀ ਸਮਰਾਵਾਂ ਪਿੰਡ ਹੀ ਅਟਕ ਗਏ। ਕਾਬਲ ਦੀ ਸੰਗਤ ਨੇ ਅੱਖੀਂ ਚਮਤਕਾਰ ਡਿੱਠਾ ਸੀ ਜਦ ਧੀਰਮਲ ਦੀ ਭੇਜੀ ਹੋਈ ਪ੍ਰਸ਼ਾਦ ਦੀ ਪੋਟ ਦੇਖਣ ਨੂੰ ਭਾਰੀ ਗੁਰੂ ਸਾਵੇਂ ਹੌਲੀ ਨਿਕਲੀ ਸੀ। ਕਾਬਲ ਦੀ ਸੰਗਤ ਗੁਰੂ ਦਰਸ਼ਨਾਂ ਕਰ ਨਿਹਾਲ ਹੋਈ। ਮਹਾਰਾਜ ਨੇ ਸੰਗਤ ਨੂੰ ਉਪਦੇਸ਼ ਦਿੱਤਾ, ਮਨੁੱਖਾ ਜਨਮ ਅਮੋਲਕ ਰਤਨ ਵਾਂਗ ਦੁਰਲੱਭ ਹੈ। ਇਸ ਨੂੰ ਵਿਸ਼ੇ ਵਿਕਾਰਾਂ ਵਿੱਚ ਗਵਾਉਣਾ ਨਹੀਂ ਚਾਹੀਦਾ। ਸਵਾਸ ਸਵਾਸ ਵਾਹਿਗੁਰੂ ਦਾ ਧਿਆਨ, ਸੰਤ ਸੇਵਾ, ਈਸ਼ਵਰ ਦੀ ਭਗਤੀ ਕਰਦੇ ਹੋਏ ਧਰਮ ਦੀ ਕਿਰਤ ਕਰਕੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣਾ, ਇਹੋ ਮਨੁੱਖਾ ਦੇਹੀ ਦਾ ਧਰਮ ਹੈ। ਐਸੇ ਆਚਰਣ ਅਤੇ ਕਰਨੀ ਵਾਲੇ ਮਨੁੱਖ ਸੰਸਾਰ ਦੇ ਸੰਪੂਰਨ ਸੁੱਖ ਭੋਗ ਮੁਕਤੀ ਪਾਉਂਦੇ ਹਨ। ਅਗਲੇ ਦਿਨ ਭਿੱਖੀ ਦਾ ਚੌਧਰੀ ਦੇਸੂ ਜੋ ਸੁਲਤਾਨੀਆ ਸੀ ਅਤੇ ਵਡੇਰਿਆਂ ਦੀ ਰੀਤੀ ਛੱਡ ਮੁਸਲਮਾਨਾਂ ਦੀ ਸ਼ਰਅ ਤੇ ਚੱਲਣ ਲੱਗ ਪਿਆ ਸੀ। ਤੁਰਕ ਰੀਤ ਸਿਰ ਉੱਪਰ ਧਾਰੋ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਮਹਾਰਾਜ ਨੇ ਉਸ ਨੂੰ ਸਮਝਾਇਆ, ਇਸ ਰਾਜ ਤੂੰ ਹਿੰਦ ਚੌਧਰੀ ਧਰਮ ਦਾ ਰਾਖਾ ਹੋ ਕੇ ਹਿੰਦੂ ਧਰਮ ਦਾ ਹੀ ਘਾਤਕ ਬਣ ਰਿਹਾ ਹੈ। ਇਹ ਕੀ ਮੱਤ ਫੜੀ ਹੈ? ਵਾੜ ਤਾਂ ਖੇਤ ਦੀ ਰਾਖੀ ਲਈ ਹੁੰਦੀ ਹੈ, ਖਾਣ ਲਈ ਨਹੀਂ। ਇਸ ਤਰ੍ਹਾਂ ਚੌਧਰੀ ਤਾਂ ਪਰਜਾ ਦੇ ਧਰਮ ਦੀ ਰੱਖਿਆ ਲਈ ਹੁੰਦੇ ਹਨ। ਤੁਰਕ ਦਾ ਜੂਠਾ ਖਾਂਦਾ ਹੈ ਅਤੇ ਮਾਨਸਿਕ ਅਧੀਨਗੀ ਵੀ ਨਾਲ ਫੜ ਲਈ ਹੈ। ਤੇਰੀ ਪਰਜਾ ਵੀ ਅਜਿਹੀ ਗੁਲਾਮੀ ਵਿੱਚ ਫਸ ਗਈ ਹੈ। ਤੂੰ ਸੋਚ, ਜਿਸ ਪ੍ਰਭੂ ਅੱਗੇ ਸਾਰੇ ਝੁਕਦੇ ਹਨ ਉਸ ਅੱਗੇ ਹੀ ਸਾਨੂੰ ਝੁਕਣਾ ਚਾਹੀਦਾ ਹੈ। ਮਨਮੁਖ ਹੋਏ ਬੰਦੇ ਦਾ ਬੰਦਾ। ਇਹ ਮਨੁੱਖਾਂ ਵਾਲਾ ਵਤੀਰਾ ਨਹੀਂ। ਬਗੈਰ ਸਤਿਗੁਰ ਅਤੇ ਸਤਨਾਮ ਦੇ ਕੋਈ ਸਹਾਈ ਨਹੀਂ ਹੋ ਸਕਦਾ। ਮਹਾਰਾਜ ਨੇ ਸੁਲਤਾਨੀਆ ਦੇ ਮੁਖੀ ਸੈਯਦ ਅਹਿਮਦ ਦੀ ਵਾਰਤਾ ਸੁਣਾਈ ਕਿ ਉਹ ਤਾਂ ਆਪ ਹੀ ਦੀਨ ਦਸ਼ਾ ਵਿੱਚ ਮੁਰੀਦਾਂ ਹੱਥੋਂ ਮਾਰਿਆ ਗਿਆ ਅਤੇ ਪਿੱਛੋਂ ਕੁਝ ਪਿਰਾਈ ਭਰਨ ਵਾਲਿਆਂ ਮੰਗਤਿਆਂ ਨੇ ਉਸ ਦੀਆਂ ਕਰਾਮਾਤਾਂ ਫੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਜਾਲ ਵਿੱਚ ਫਾਹਿਆ। ਦੇਸੂ ਨੇ ਇਹ ਸਭ ਸੁਣਦੇ ਸਾਰ ਹੀ ਖੂੰਡੀ ਅਤੇ ਮੁਸੱਲਾ ਢਾਬ ਵਿੱਚ ਹੀ ਸੁੱਟ ਦਿੱਤਾ। ਸਿੱਖ ਹੋਇਆ ਸਾਰਾ ਪਿੰਡ ਵੀ ਸੁਲਤਾਨ ਗੁੱਗੇ ਅਤੇ ਕਬਰ ਨੂੰ ਪੂਜਣਾ ਛੱਡ ਕੇ ਨਾਮ ਵਿੱਚ ਲੱਗਾ। ਮਹਾਰਾਜ ਜੀ ਨੇ ਦੇਸੂ ਨੂੰ 5 ਤੀਰ ਬਖਸ਼ੇ। ਪਿੱਛੋਂ ਫੇਰ ਉਸ ਨੇ ਘਰਵਾਲੀ ਦੇ ਚੁੱਕੇ ਚੁਕਾਏ 5 ਤੀਰ ਭੰਨ ਸੁੱਟ ਦਿੱਤੇ। ਭਾਣਾ ਐਸਾ ਵਰਤਿਆ ਕਿ ਉਹ ਆਪੂ ਘੋੜੇ ਤੋਂ ਡਿੱਗ ਕੇ ਮਰ ਗਿਆ ਅਤੇ ਖਾਨਦਾਨ ਕੋਲੋਂ ਚੌਧਰੀਪੁਣਾ ਵੀ ਖੁੱਸ ਗਿਆ। ਪਿੰਡ ਸਾਰਾ ਭਗਤੀ ਭਾਵ ਵਿੱਚ ਲੱਗਾ ਰਿਹਾ। ਭੀਖੀ ਤੋਂ ਗੰਡੂਆ ਪਿੰਡ ਭਾਈ ਮੁਗਲੂ ਦੇ ਘਰ ਜਾ ਉਤਰੇ। ਭਾਈ ਮੁਗਲੂ ਨੇ ਗੁਰੂ ਹਰਗੋਬਿੰਦ ਜੀ ਦੀਆਂ ਜੰਗਾਂ ਵਿੱਚ ਬਹੁਤ ਬਹਾਦਰੀ ਦੇ ਕਾਰਜ ਕੀਤੇ ਸਨ। ਉਸ ਨੇ ਬਖਸ਼ਿਸ਼ ਮੰਗੀ ਸੀ ਕਿ ਜਦ ਸਵਾਸ ਨਿਕਲਣ ਤਾਂ ਤੁਸਾਂ ਪਾਸ ਹੋਵਾਂ। 6ਵੇਂ ਪਾਤਸ਼ਾਹ ਨੇ ਫਰਮਾਇਆ ਸੀ ਐਸਾ ਹੀ ਹੋਵੇਗਾ। ਉਹ 9ਵੇਂ ਸਰੂਪ ਵਿੱਚ ਉਸ ਪਾਸ ਆਉਣਗੇ। ਅੰਤਿਮ ਸਮਾਂ ਨੇੜੇ ਜਾਣ ਭਾਈ ਮੁਗਲੂ ਦਰਸ਼ਨਾਂ ਦੀ ਸਿੱਕ ਵਿੱਚ ਉਡੀਕ ਕਰ ਰਿਹਾ ਸੀ। ਉਸ ਨੇ ਘਰ ਵਾਲਿਆਂ ਨੂੰ ਕਹਿ ਰੱਖਿਆ ਸੀ ਕਿ ਘਰ ਦਾ ਦਰਵਾਜ਼ਾ ਕਦੇ ਬੰਦ ਨਾ ਰੱਖਣਾ, ਗੁਰੂ ਜੀ ਅਵੱਸ਼ ਆਉਣਗੇ। ਅੰਤਿਮ ਸਵਾਸਾਂ ਤੇ ਇਹੀ ਸੀ ਕਿ ਉਸ ਦੇ ਘਰ ਅੱਗੇ ਹੀ ਘੋੜਾ ਹਿਣਕਿਆ। ਮਹਾਰਾਜ ਘੋੜੇ ਤੋਂ ਉਤਰ ਕੇ ਛੇਤੀ ਨਾਲ ਉਸ ਦੇ ਪਾਸ ਪੁੱਜੇ। ਸਤਿਗੁਰ ਦੇ ਚਰਨਾਂ ਤੇ ਸੀਸ ਰੱਖਦੇ ਹੀ ਉਹ ਅਕਾਲ ਚਲਾਣਾ ਕਰ ਗਿਆ। ਉੱਥੋਂ ਦੀ ਸੰਗਤ ਨੂੰ ਗੁਰੂ ਜੀ ਭਗਤੀ ਭਜਨ ਅਤੇ ਭਾਣਾ ਮਿੱਠਾ ਕਰ ਮੰਨਣ ਦਾ ਉਪਦੇਸ਼ ਦੇ ਕੇ ਢੇਲਿਓਂ ਪਿੰਡ ਪੁੱਜੇ। ਇੱਥੇ ਵੀ ਇੱਕ ਬਿਰਧ ਸਾਧੂ ਤੁਲਸੀ ਭਾਈ ਮੁਗਲੂ ਵਾਂਗ ਗੁਰੂ ਹਰਗੋਬਿੰਦ ਜੀ ਦੇ ਦਰਸ਼ਨਾਂ ਦੀ ਸਿੱਕ ਲਗਾਈ ਬੈਠਾ ਸੀ। ਉਸ ਦੀ ਸਿੱਕ ਰਤਾ ਵੱਖਰੀ ਸੀ। ਜਿਸ ਸਰੂਪ ਦਾ ਧਿਆਨ ਕਰਕੇ ਉਹ ਸਮਾਧੀ ਵਿੱਚ ਲੀਨ ਹੋਇਆ, ਉਸੇ ਸਰੂਪ ਵਿੱਚ ਹੀ ਹੋ ਗੁਰੂ ਤੇਗ ਬਹਾਦਰ ਜੀ ਨੇ ਦਰਸ਼ਨ ਦਿੱਤੇ। ਸਾਧੂ ਨੇ ਪਰਿਕਰਮਾ ਕੀਤੀ, 6 ਪ੍ਰਕਾਰ ਦੀ ਪੂਜਾ ਕੀਤੀ ਅਤੇ